पाद पंकज बंदन पाद पंकज बंदन सिमरो अंगद दुख निकंदन अमरदास गुर हृदय त्यावो जी हृदय त्यावो श्री गुर रामदास गुण गावो श्री अर्जन विघ्न के नाशक जी विघ्न के नाशक हर गोबिंद शुभ सुमत प्रकाशक श्री हर राय नमो कार जोरी जी नमो कार जोरी गुर हर कृष्ण मनाए बहोरी तेग बहादुर परम कृपाला जी परम कृपाला श्री गुर गोबिंद सिंह बिसाला तरੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧਰਿਓ ਦੁਪਹਿਰਾ ਦੋਹੀ ਘੜੀ ਜਬ ਇਮ ਚਿੰਤਾ ਜੁਤ ਸ਼ੋਕ ਵਿਸਾਲ ਔਚਕ ਹੀ ਗੁਰੂ ਗੋਬਿੰਦ ਸਿੰਘ ਜੀ ਰੁਚਿਰ ਪ੍ਰਿਅੰਕ ਤਿਆਗ ਤਤਕਾਲ ਧਰ ਪਰ ਫਰਸ ਕਰਿਓ ਤਹ ਬੈਠੇ ਤੂਛਨ ਠਾਨ ਪਿਖਹਿ ਸਿਖ ਜਾਲ ਜਨਨੀ ਨਿਕਟ ਗਈ ਸੁਧ ਜਬ ਹੂੰ ਸਾਹ ਸੁਨਖਾ ਦੁਖ ਲਹਿਓ ਕਰਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ ਦਇਆ ਨਿਧ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਧਿਆ ਸਮੇਂ ਦੇ ਸੁੰਦਰ ਸਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਪਵਿੱਤਰ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿਨਕੇ ਭਾਗ ਵੱਡੇ हैं ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਸਮੁੱਚੇ ਬੋਧਨੀ ਨਗਰ ਦੀ ਗੁਰੂ ਰੂਪ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਕਥਾ ਸ਼ਰਵਣ ਕਰਨ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਸਭ ਤੇ ਊਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ
ਤਿਆਗ ਵਿਰਾਗ ਦੀ ਮੂਰਤ ਦੀਨ ਦਇਆਲ ਸਾਹਿਬ ਜੀ। ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਸੱਚੇ ਸਤਿਗੁਰਾਂ ਦੇ ਜੀਵਨ ਦੇ ਜੋ ਪ੍ਰਸੰਗ, ਸ਼ਹੀਦੀ ਪ੍ਰਸੰਗ ਆਪ ਜੀਆਂ ਪਿਛਲੇ ਦੀਵਾਨਾਂ ਵਿੱਚ ਸ਼ਰਵਣ ਕੀਤੇ। 1732 ਬਿਕਰਮੀ ਸੰਮਤ ਮੱਘਰ ਸੁਦੀ ਪੰਚਮੀ 13 ਮੱਘਰ ਦਿਨ ਵੀਰਵਾਰ। ਦਿਨ 2 ਪੈਰ ਲੰਘੇ ਇੱਕ ਘੜੀ ਉੱਪਰ ਗਿਆਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਂਕ ਵਿਖੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਸਤਿਗੁਰਾਂ ਸੰਸਾਰ ਦੇ ਉੱਪਰ ਮਿਸਾਲ ਪੈਦਾ ਕੀਤੀ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਐਸਾ ਘਰ ਹੈ ਗੁਰੂਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਇਹ ਪ੍ਰਸੰਗ ਆਪ ਜੀਆਂ ਸ਼ਰਵਣ ਕੀਤੇ ਹੈ। ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਧੜ ਸੀ ਉਹਦਾ ਸੰਸਕਾਰ ਭਾਈ ਸਾਹਿਬ ਭਾਈ ਲੱਖੀ ਸ਼ਾਹ ਵਣਜਾਰੇ ਨੇ ਸ੍ਰੀ ਰਕਾਬਗੰਜ ਸਾਹਿਬ ਦੇ ਪਵਿੱਤਰ ਸਥਾਨ 'ਤੇ ਕਰ ਦਿੱਤਾ। ਇਹ ਸਾਰੇ ਪ੍ਰਸੰਗ ਬਹੁਤ ਤਫਸੀਲ ਨਾਲ ਆਪ ਸਭ ਸੰਗਤਾਂ ਨੇ ਸ਼ਰਵਣ ਕੀਤੇ ਹੈ। ਔਰ ਜੋ ਸਿੱਖ ਨਿਸ਼ਾਨੀਆਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਗੁਰਤਾ ਗੱਦੀ ਦੀਆਂ, ਜਿਹਦਾ ਨਾਮ ਭਾਈ ਸਾਹਿਬ ਚੰਦ ਵੀ ਆਉਂਦਾ ਹੈ ਅਤੇ ਉੱਦਾਂ ਭਾਈ ਗੁਰਦਿੱਤਾ ਵੀ ਆਉਂਦਾ। 2 ਸਿੱਖਾਂ ਦੇ ਨਾਂ ਹੈ। ਚਲੋ ਸਿੱਖਾਂ ਵਰਗੇ ਸਿਆਣੇ ਸਿੱਖ ਇਤਿਹਾਸ ਵਿੱਚ ਜਿਹੜਾ ਕੋਈ ਥੋੜ੍ਹਾ ਬਹੁਤਾ ਮਤਭੇਦ ਹੁੰਦਾ ਉਹਦੇ 'ਤੇ ਝਗੜਾ ਨਹੀਂ ਕਰਿਆ ਕਰਦੇ। ਔਰ ਜੇ ਭਾਈ ਸਾਹਿਬ ਚੰਦ ਹੋਣ ਤਾਂ ਵੀ ਗੁਰੂ ਕੇ ਸਿੱਖ ਹੀ ਹੈ। ਉੱਦਾਂ ਗਿਆਨੀ ਗਿਆਨ ਸਿੰਘ ਜੀ ਨੇ ਜਿਵੇਂ ਲਿਖਿਆ, ਉਹ ਕਹਿੰਦੇ ਵੀ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ 'ਚੋਂ ਸਨ। ਇਹ ਵੀ ਠੀਕ ਬਣਦਾ ਹੈ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਹੀ ਅੰਸ਼ ਬੰਸ ਹੈ ਜਿਹੜੀ ਹਰ ਸਤਿਗੁਰਾਂ ਨੂੰ ਗੁਰਤਾ ਗੱਦੀ ਤਿਲਕ ਲਾਉਂਦੀ ਸੀ। ਅਤੇ ਐਂ ਕਹਿ ਲਓ ਵੀ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਕੇ ਅੰਸ਼ ਹੈ, ਚੌਥੇ ਪੰਜਵੇਂ ਥਾਂ ਇਹ ਕੈਦ ਹੀ ਸਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਦਿੱਲੀ। ਸਤਿਗੁਰਾਂ ਦੀ ਸ਼ਹੀਦੀ ਤੋਂ ਪਹਿਲਾਂ ਮਹਾਰਾਜ ਨੇ ਇਹਨਾਂ ਨੂੰ ਨਿਸ਼ਾਨੀਆਂ ਦੇ ਕੇ ਇੱਥੇ ਭੇਜ ਦਿੱਤਾ। ਅਤੇ ਗੁਰੂ ਕਲਗੀਧਰ ਸਾਹਿਬ ਜੀ ਦੀ ਬਾਣ ਸਜਿਆ ਹੋਇਆ ਸੀ ਅਤੇ ਨਿਸ਼ਾਨੀਆਂ ਗੁਰਤਾ ਗੱਦੀ ਦੇ ਚਿੰਨ੍ਹ ਆਏ ਵੇਖ ਕੇ ਸਿੰਘਾਸਨ ਛੱਡ ਕੇ ਖੜ੍ਹੇ ਹੋ ਗਏ। ਅਤੇ ਫਿਰ ਭਾਈ ਜਿਹੜਾ ਸਿੱਖ ਆਇਆ ਦਿੱਲੀ ਤੋਂ, ਭਾਈ ਗੁਰਦਿੱਤਾ ਕਹੋ ਭਾਈ ਸਾਹਿਬ ਚੰਦ ਕਹੋ, ਉਹਨੇ ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਮਹਾਰਾਜ ਨੇ ਸੀਸ ਝੁਕਾਇਆ ਸੀ। ਗੁਰਤਾ ਗੱਦੀ ਦੀਆਂ ਨਿਸ਼ਾਨੀਆਂ 5 ਪੈਸੇ ਨਾਰੀਅਲ ਆਦਿਕ ਨੂੰ ਸਤਿਗੁਰੂ ਤਖ਼ਤ 'ਤੇ ਬਹਿ ਗਏ। ਸਤਿਗੁਰਾਂ ਦੀ ਝੋਲੀ ਵਿੱਚ ਜਿਹੜੀ ਮਰਿਆਦਾ ਗੁਰਤਾ ਗੱਦੀ ਅੱਗੇ ਦੇਣ ਦੀ, ਉਹ ਸਾਰੀ ਵਿਧੀ ਵਿਧਾਨ ਕੀਤਾ ਗਿਆ। ਮਹਾਰਾਜ ਦੀ ਝੋਲੀ ਵਿੱਚ 5 ਪੈਸੇ ਨਾਰੀਅਲ ਗੁਰੂ ਤੇਗ ਬਹਾਦਰ ਸਾਹਿਬ ਨੇ ਭੇਜੇ ਹੋਏ ਸਿੱਖ ਨੇ ਮਹਾਰਾਜ ਦੀ ਝੋਲੀ ਵਿੱਚ ਪਾ ਦਿੱਤੇ, ਭੇਂਟ ਕਰ ਦਿੱਤੇ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਮਾਤਾਵਾਂ, ਮਾਤਾ ਗੁਜਰ ਕੌਰ, ਮਾਤਾ ਨਾਨਕੀ ਜੀ, ਪਤਾ ਲੱਗਿਆ ਵੀ ਗੁਰਤਾ ਗੱਦੀ ਦਿੱਲੀਓਂ ਆ ਗਈ ਹੈ। ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਇੱਥੋਂ ਇਹ ਪੱਕਾ ਹੀ ਸਪਸ਼ਟ ਹੋ ਗਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਹੁਣ ਆਉਣਗੇ, ਕਿਉਂਕਿ ਪਿਛਲੇ ਸਤਿਗੁਰਾਂ ਤੋਂ ਲੈ ਕੇ ਗੁਰਤਾ ਗੱਦੀ ਉਦੋਂ ਹੀ ਅੱਗੇ ਦਿੱਤੀ ਜਾਂਦੀ ਹੈ ਜਦੋਂ ਆਪ ਸੱਚਖੰਡ ਜਾਣਾ ਹੋਵੇ। ਤਾਂ ਮਾਤਾਵਾਂ ਸਮਝ ਲਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਹੁਣ ਬਹੁਤ ਛੇਤੀ ਸੱਚਖੰਡ ਜਾਣਗੇ। ਬਾਕੀ ਦਿੱਲੀਓਂ ਆਏ ਸਿੱਖ ਨੇ ਵੀ ਦੱਸ ਦਿੱਤਾ ਵੀ ਜਦੋਂ ਅਸੀਂ ਉੱਥੋਂ ਆਏ ਹਾਂ, ਗੁਰੂ ਸਾਹਿਬ ਨੇ ਆਖਿਆ ਸੀ ਵੀ ਸਾਡੇ ਕੋਲ 2 ਕੁ ਦਿਨ ਦਾ ਸਮਾਂ ਹੋ ਰਿਹਾ, ਅਸੀਂ ਸੱਚਖੰਡ ਚਾਲਾ ਪਾ ਦੇਣਾ। ਇਹ ਸਾਧ ਸੰਗਤ ਜੀ ਸੁਣ ਕੇ ਸਭ ਸੰਗਤਾਂ ਦੇ ਨੇਤਰਾਂ ਦੇ ਵਿੱਚ ਜਲ ਆਇਆ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਗਤਾਂ ਯਾਦ ਕਰਨ ਲੱਗੀਆਂ, ਸਿਮਰਨ ਲੱਗੀਆਂ ਹਨ। ਇੱਦਾਂ ਸਮਾਂ ਲੰਘਿਆ ਅਤੇ ਮਾਤਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਸਿਫਤ ਸੋਭਾ ਜਿਹੜੀ ਮਨ ਵਿੱਚ ਯਾਦ ਕਰ ਕਰਕੇ
ਮਾਤਾ ਨਾਨਕੀ ਜੀ ਸਿੱਖਾਂ ਨੂੰ ਜਾਂ ਜਿਹੜੇ ਕੋਈ ਸੇਵਾਦਾਰ ਹਨ, ਭਾਈ ਗੁਰਦਿੱਤਾ ਜੀ ਵਰਗੇ ਗੁਰਮੁਖ, ਉਹਨਾਂ ਨੂੰ ਬੁੱਢੀ ਉਮਰ ਹੈ ਮਾਤਾ ਨਾਨਕੀ ਜੀ ਕਹਿੰਦੇ ਵੀ ਵੇਖੋ ਇਹੋ ਜਿਹਾ ਕੌਤਕ ਅਸੀਂ ਆਪਦੇ ਸਹੁਰੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਦਾ ਵੇਖਿਆ ਸੀ ਵੀ ਉਹਨਾਂ ਕੋਲ ਸਾਰਾ ਕੁਝ ਸੀ, ਮਹਾਂਬਲੀ ਸਨ, ਬੜੇ ਕਰਾਮਾਤੀ, ਪਰ ਚੰਦੂ ਦੀ ਹਵੇਲੀ ਵਿੱਚ ਲਾਹੌਰ ਸ਼ਹੀਦੀ ਦੇ ਦਿੱਤੀ ਪਰ ਕਰਾਮਾਤ ਨਹੀਂ ਵਿਖਾਈ ਸੀ। ਜਿਹੜਾ ਸਾਕਾ ਸੀ ਆਪਦੇ ਸਹੁਰੇ ਗੁਰੂ ਅਰਜਨ ਦੇਵ ਸਾਹਿਬ ਦਾ ਵੇਖਿਆ, ਉਹੋ ਜਿਹਾ ਭਾਣਾ, ਉਹੋ ਜਿਹੀ ਕਲਾ ਸਾਡੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਤਾ ਰਹੇ ਹੈ। ਇੱਦਾਂ ਦੇ ਬਚਨ ਮਾਤਾ ਜੀ ਨੇ ਕੀਤੇ, ਸਭ ਸੰਗਤਾਂ ਸੁਣ ਰਹੀਆਂ ਹਨ। ਇਸ ਤਰ੍ਹਾਂ ਖਾਲਸਾ ਜੀਓ ਸਾਰਾ ਆਪ ਜੀਆਂ ਨੇ ਪ੍ਰਸੰਗ ਪਿੱਛੇ ਸਰਵਣ ਕੀਤਾ ਹੈ। ਇੱਥੋਂ ਤੱਕ ਕਥਾ ਅੱਗੇ, ਜਿਹੜੀ ਕਥਾ ਜਿਵੇਂ ਦਿੱਲੀੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਸੀਸ ਲੈ ਕੇ ਭਾਈ ਜੈਤਾ ਜੀ ਤੁਰ ਪਏ ਸਨਗੇ, ਉਹ ਫਿਰ ਜਿਵੇਂ ਕੀਰਤਪੁਰ ਸਾਹਿਬ ਆ ਗਏ ਸੀ ਲਾਗੇ, ਅਤੇ ਗੁਰੂ ਕਲਗੀਧਰ ਸਾਹਿਬ ਨੂੰ ਪਤਾ ਲੱਗ ਗਿਆ ਸੀ, ਮਹਾਰਾਜ ਜਾਣੀ ਜਾਣ ਸਨ ਵੀ ਸਾਡੇ ਪਿਤਾ ਸਤਿਗੁਰਾਂ ਦਾ ਸੀਸ ਆ ਰਿਹਾ ਹੈ। ਸਤਿਗੁਰ ਅੱਗੋਂ 2 ਸਿੱਖ ਭੇਜੇ ਸੀ ਲੈਣ ਵਾਸਤੇ। ਉਹ ਸਾਰਾ ਪ੍ਰਸੰਗ ਆਪ ਅੱਜ ਦੇ ਦੀਵਾਨ ਵਿੱਚ ਸਰਵਣ ਕਰੋਗੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗੁਰੂ ਕਲਗੀਧਰ ਸਾਹਿਬ ਜੀ ਅੱਗੋਂ ਜਾ ਕੇ 5 ਕੋ ਕੀਰਤਪੁਰ ਸਾਹਿਬ, ਇੱਥੋਂ ਫਿਰ ਪਾਲਕੀ 'ਚ ਸੁਭਾਏਮਣ ਕਰਕੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ। ਚਿੱਤ ਬਿਰਤੀ ਅਰ ਸੁਰਤੀ ਨੂੰ ਇਕਾਗਰ ਕਰੀਏ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੀਨ ਦਿਆਲ ਗਰੀਬ ਨਵਾਜ ਨੂੰ ਹਿਰਦੇ ਵਸਾਓ। ਸਾਧ ਸੰਗਤ ਜੀ, ਸਭ ਸੰਗਤ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਰਿਓ ਦੁਪਹਿਰਾ ਦੋਏ ਘੜੀ ਜਬ। ਤੋ ਇੱਦਾਂ ਖਾਲਸਾ ਜੀ 2 ਘੜੀਆਂ ਦੁਪਹਿਰ ਜਦੋਂ ਲੰਘ ਗਈ, ਦੀਵਾਨ ਸਜਿਆ ਹੋਇਆ ਸੀ, ਅਤੇ ਉਧਰ ਭਾਈ ਜੈਤਾ ਜੀ ਸੀਸ ਲੈ ਕੇ ਤੁਰੇ ਹੋਏ ਸੀ ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ। ਅਤੇ ਜਦੋਂ ਮਹਾਰਾਜ ਕੋਲ ਗੁਰਤਾ ਗੱਦੀ ਪਹੁੰਚੀ, ਫਿਰ ਦੀਵਾਨ ਸਜਿਆ ਰਾ, ਅਤੇ 1 ਦੁਪਹਿਰ 2 ਘੜੀਆਂ ਲੰਘ ਜਾਣੀ। ਜਿਵੇਂ ਮੰਨ ਲਓ ਜਿਵੇਂ 1 ਕੁ ਦਾ ਸਮਾਂ ਹੋ ਜਾਂਦਾ ਦੁਪਹਿਰ ਦਾ, ਇੰਨਾ ਸਮਾਂ ਹੋ ਚੁੱਕਿਆ ਹੈ। ਇਮ ਚਿੰਤਾ ਜੁਤ ਸ਼ੋਕ ਵਿਸਾਲ। ਤੇ ਸਾਰੀਆਂ ਸੰਗਤਾਂ ਚਿੰਤਾ ਵਿੱਚ ਹਨ। ਸਭ ਸੰਗਤਾਂ ਦੇ ਮਨ ਵਿੱਚ ਬੜਾ ਸ਼ੋਕ ਹੈ, ਬੜਾ ਗਾਵੇਂ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ। ਔਚਕ ਹੀ ਗੁਰੂ ਗੋਬਿੰਦ ਸਿੰਘ ਜੀ। ਤੇ ਵੇਖੋ ਇੱਦਾਂ ਭਰਿਆ ਦੀਵਾਨ ਸੀਗਾ, ਬਹੁਤ ਲੱਖਾਂ ਦਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ 'ਤੇ। ਗੁਰੂ ਕਲਗੀਧਰ ਸਾਹਿਬ ਜੀ ਤਖਤ 'ਤੇ ਬੈਠੇ ਬੈਠੇ ਮਹਾਰਾਜ ਦੇ ਮਨ 'ਚ ਪਤਾ ਨਹੀਂ ਕੀ ਆਇਆ, ਸਤਿਗੁਰੂ ਤਖਤ ਤੋਂ ਖੜ੍ਹੇ ਹੋ ਗਿਆ। ਗੁਰੂ ਕਲਗੀਧਰ ਸਾਹਿਬ ਉੱਠੇ ਅਤੇ ਮਹਾਰਾਜ ਜੀ ਤਖਤ ਦੇ ਨਾਲ ਹੀ ਅਗਲੇ ਪਾਸੇ ਥੱਲੇ ਭੋਏ 'ਤੇ ਬਹਿ ਗਏ ਹਨ। ਰੁਚਿਰ ਪ੍ਰਿਅੰਕ ਤਿਆਗ ਤਤਕਾਲ। ਮਹਾਰਾਜ ਨੇ ਤਖਤ ਛੱਡ ਦਿੱਤਾ, ਸੋਹਣਾ ਪਲੰਘਾ ਗਰੀਬ ਨਵਾਜ ਨੇ ਛੱਡ ਕਰਕੇ। ਧਰ ਪਰ ਫਰਸ ਕਰਿਓ ਤਹ ਬੈਠੇ। ਤੇ ਗੁਰੂ ਕਲਗੀਧਰ ਸਾਹਿਬ ਜੀ ਭੋਏ 'ਤੇ ਜਿੱਥੇ ਜਿਵੇਂ ਸੰਗਤਾਂ ਬਹਿੰਦੀਆਂ ਨਾ, ਸੱਚੇ ਪਾਤਸ਼ਾਹ ਜੀ ਤਖਤ ਛੱਡ ਕੇ ਤੇ ਧਰਤੀ 'ਤੇ ਭੋਏ 'ਤੇ ਚੌਂਕੜਾ ਮਾਰ ਕੇ ਬੈਠ ਗਏ ਹਨ। ਤੂਛਨ ਠਾਹਨ ਪਿਖਹ ਸਿੱਖ ਜਾਲ। ਉਹ ਜਿੰਨੇ ਸਿੱਖ ਸੀ ਹੁਣ ਪੰਡਾਲ ਭਰੇ ਵਿੱਚ, ਸਭ ਸੰਗਤਾਂ ਚੁੱਪ, ਬੋਲੇ ਕੋਈ ਨਾ, ਪਰ ਸਭ ਸੰਗਤਾਂ ਵੇਖ ਵੇਖ ਹੈਰਾਨ ਹੁੰਦੀਆਂ ਵੀ ਗੁਰੂ ਕਲਗੀਧਰ ਸਾਹਿਬ ਨੂੰ ਕੀ ਦਿਸਿਆ ਵੀ ਅਚਾਨਕ ਹੀ ਬੈਠੇ ਹੋਏ ਤਖਤ 'ਤੇ ਮਹਾਰਾਜ ਤਖਤ ਤੋਂ ਉੱਠ ਕੇ ਤੇ ਭੋਏ 'ਤੇ ਬਹਿ ਗਏ ਆ, ਥੱਲੇ ਹੋ ਗਏ ਹਨ। ਜਨਨੀ ਨਿਕਟ ਗਈ ਸੁਧ ਜਬ ਹੋ। ਤੇ ਮਹਾਰਾਜ ਬੋਲੇ ਕੁਝ ਨਾ, ਗੁਰੂ ਕਲਗੀਧਰ ਸਾਹਿਬ ਚੁੱਪ ਬੈਠੇ ਹੋਏ ਆ। ਇਹ ਖਬਰ ਖਾਲਸਾ ਜੀ ਜਦੋਂ ਮਾਤਾ ਨਾਨਕੀ ਤੇ ਮਾਤਾ ਗੁਜਰ ਕੌਰ ਜੀ ਕੋਲ ਸਿੱਖ ਨੇ ਜਾ ਕੇ ਦੱਸਿਆ, ਮਾਤਾ ਜੀ ਸਾਹਿਬਜ਼ਾਦੇ ਨੂੰ ਪਤਾ ਨਹੀਂ ਕੀ ਹੋਇਆ ਹੈ, ਗੁਰੂ ਕਲਗੀਧਰ ਸਾਹਿਬ ਜੀ ਨਾ ਤਖਤ 'ਤੇ ਬੈਠੇ ਹੋਏ ਤੇ ਇੱਕੋ ਦਮ ਉੱਠ ਕੇ ਮਹਾਰਾਜ ਜੀ ਭੋਏ 'ਤੇ ਬੈਠ ਗਏ ਹਨ। ਸਾਸ ਸੁਨਖਾ ਦੁਖ ਲਹਿਓ ਕਰਾਲ। ਪਰ ਮਾਤਾ ਨਾਨਕੀ ਜੀ ਬੜੇ ਸਿਆਣੇ ਸੀਗੇ ਤੇ ਗੁਰੂ ਕਲਗੀਧਰ ਸਾਹਿਬ ਬਾਬਤ ਜਾਣਦੇ ਹੀ ਸੀ ਵੀ ਸਾਡੇ ਸਾਹਿਬਜ਼ਾਦੇ ਕਿਹੋ ਜਿਹੇ।
ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਜੀ ਨੇ ਖਬਰ ਸੁਣ ਕੇ ਵੀ ਗੁਰੂ ਕਲਗੀਧਰ ਸਾਹਿਬ ਤਖਤ ਛੱਡ ਕੇ ਭੋਏ ਤੇ ਬਹਿ ਗਏ ਹੈ ਤੇ ਮਾਤਾ ਜੀ ਵੀ ਮਨ ਕਰਕੇ ਬੜੇ ਦੁਖੀ ਜੇ ਹੋਏ ਹਨ, ਜਾਨੀ ਗਤ ਜਗ ਗੁਰੂ ਬਿਕੁੰਠ ਕਿਉਂਕਿ ਮਾਤਾ ਜਾਣ ਗਏ ਵੀ ਗੁਰੂ ਕਲਗੀਧਰ ਸਾਹਿਬ ਮਰਿਆਦਾ ਪੁਰਸ਼ੋਤਮ ਹੈ, ਐਵੇਂ ਨਹੀਂ ਤਖਤ ਛੱਡ ਕੇ ਭੋਏ ਤੇ ਬੈਠੇ, ਜ਼ਰੂਰ ਭਾਣਾ ਵਾਪਰ ਗਿਆ ਤੇ ਸਾਡੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਚਾਲਾ ਮਾਰ ਗਏ ਹੈ। ਮਾਤਾ ਗੁਜਰ ਕੌਰ ਜੀ ਵੀ ਸਮਝ ਗਏ ਗੁਰੂ ਕਲਗੀਧਰ ਸਾਹਿਬ ਦੀ ਕਿਰਿਆ, ਕਿਉਂਕਿ ਮਹਾਰਾਜ ਦਾ ਸ਼ਹੀਦੀ ਸਾਕਾ ਦਿੱਲੀ ਵਰਤ ਰਿਹਾ ਤੇ ਆਨੰਦਪੁਰ ਸਾਹਿਬ ਦੀ ਸਾਖੀ ਹੈ। ਉਦੋਂ ਕਿਹੜਾ ਕੋਈ ਫੋਨ ਟੈਲੀਫੋਨ ਸਨਗੇ, ਪਰ ਗੁਰੂ ਕਲਗੀਧਰ ਸਾਹਿਬ ਜਦੋਂ ਹੀ ਤਖਤ ਛੱਡ ਕੇ ਭੋਏ ਤੇ ਬੈਠੇ, ਉਧਰ ਖਾਲਸਾ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਹੀ ਸੀਸ ਧੜ ਤੋਂ ਵੱਖਰਾ ਹੋਇਆ ਸੀ ਤੇ ਮਹਾਰਾਜ ਨਾਲ ਦੀ ਨਾਲ ਇੱਥੇ ਆਨੰਦਪੁਰ ਧਰਤੀ ਤੇ ਥੱਲੇ ਬਹਿ ਗਏ ਸੀ ਵੀ ਸਾਡੇ ਪਿਤਾ ਜੀ ਸੱਚਖੰਡ ਜਾ ਰਹੇ ਹੈ। ਇਸ ਤਰ੍ਹਾਂ ਜਦੋਂ ਮਾਤਾਵਾਂ ਨੂੰ ਪਤਾ ਲੱਗਿਆ ਤੇ ਮਾਈਆਂ ਨੇ ਸਮਝ ਲਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਣਾ ਵਰਤਾ ਦਿੱਤਾ, ਸੱਚਖੰਡ ਚਾਲਾ ਮਾਰ ਗਏ ਹਨ। ਤਨ ਕੋ ਤਿਆਗ ਗਏ ਮਨ ਚੀਨ, ਵੀ ਉਹਨਾਂ ਨੇ ਜਾਣ ਲਿਆ ਮਾਤਾਵਾਂ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਰੀਰ ਤਿਆਗ ਦਿੱਤਾ ਹੈ। ਤਬ ਧਰਨੀ ਪਰ ਥੇ ਸੁਤ ਹੋਵਾ, ਤਾਂ ਹੀ ਸਾਡੇ ਪੁੱਤਰ ਗੁਰੂ ਕਲਗੀਧਰ ਸਾਹਿਬ ਜੀ ਤਖਤ ਛੱਡ ਕੇ ਤੇ ਧਰਤੀ ਤੇ ਬੈਠ ਗਏ ਹਨ। ਮਹਾ ਬਿਖਾਦ ਰਿਦੇ ਮਹਿਕੀਨ, ਮਨ ਵਿੱਚ ਬੜਾ ਵਿਖਾਦ ਹੈ, ਬੜਾ ਗੁਰੂ ਮਾਤਾ ਨਾਨਕੀ ਤੇ ਮਾਤਾ ਗੁਜਰ ਕੌਰ ਦੇ ਹਿਰਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਬੜਾ ਦੁੱਖ ਹੈ, ਬੜਾ ਭਾਵ ਵੀ ਅਫਸੋਸ ਨਹੀਂ ਕਹਿ ਸਕਦੇ, ਪਰ ਇੱਕ ਖਾਲਸਾ ਦੀ ਮਮਤਾ ਹੁੰਦੀ ਹੈ ਮਾਵਾਂ ਦੀ, ਤੇ ਪਤਨੀ ਮਾਤਾ ਗੁਜਰ ਕੌਰ ਜੀ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਮੋਹ ਦੇ ਪ੍ਰੇਮ ਦੇ ਤੰਦ ਹੁੰਦੇ ਆ। ਮੋਹ ਤਾਂ ਸਵਾਰਥੀ ਹੁੰਦਾ, ਪ੍ਰੇਮ ਹੁੰਦਾ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਨਾ, ਜਿਸ ਪਿਆਰੇ ਸਿਓ ਨੇਹ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਇਹ ਪ੍ਰੇਮ ਦੀ ਤੰਦ ਹੈ ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਜੀ ਦੇ ਅੰਦਰ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਅਨੁਭਵ ਕਰਕੇ ਤੇ ਮਨ ਬੜਾ ਵੈਰਾਗੀ ਹੋਇਆ ਹੈ। ਦਾਸੀ ਦਾਸ ਦੇਖ ਦੁਖ ਪ੍ਰਾਪਤ, ਜਦੋਂ ਮਾਤਾ ਗੁਜਰ ਕੌਰ ਜੀ ਦੇ ਨੇਤਰਾਂ 'ਚੋਂ ਜਲ ਵਗਿਆ, ਜਿੰਨੀਆਂ ਲਾਗੇ ਲਾਗੇ ਮਾਈਆਂ ਖੜੀਆਂ ਸਨ, ਸੰਗਤਾਂ ਆਈਆਂ ਸੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਕਾ ਸੁਣ ਕੇ, ਸਾਰੀਆਂ ਸੰਗਤਾਂ ਵੀ ਮਾਤਾ ਜੀ ਵੱਲ ਵੇਖ ਕੇ ਦਲਗੀਰ ਹੋ ਗਈਆਂ ਹਨ ਜੀ। ਉੱਚੇ ਰੁਦਤ ਸ਼ੋਕ ਮਨ ਲੀਨ, ਤੇ ਬੜਾ ਉੱਚੀ ਸ਼ੋਕ ਜਿਹਾ ਹੋਣ ਲੱਗਿਆ, ਬੜਾ ਜਿਹੜੇ ਸਿੱਖਾਂ ਦਾ ਧੀਰਜ ਡੋਲ ਗਿਆ ਤੇ ਬੜਾ ਮਨ ਕਰਕੇ ਸਿੱਖ ਵਿਰਾਗ ਦੇ ਬਚਨ ਕਰਨ ਲੱਗ ਪਏ ਐ। ਮਹਾਰਾਜ ਹਮ ਕੌਣ ਸੰਭਾਰ ਹੈ, ਜਿਹੜੇ ਪ੍ਰੇਮ ਵਾਲੇ ਸਿੱਖ ਸੀ ਉਹ ਅੱਖਾਂ 'ਚੋਂ ਹੰਝੂ ਵਹਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ, ਕਹਿੰਦੇ ਹੇ ਸੱਚੇ ਪਾਤਸ਼ਾਹ, ਮਹਾਰਾਜ ਹੁਣ ਤੁਹਾਡੇ ਬਿਨਾਂ ਸਾਡੀ ਕੌਣ ਸਾਰ ਲਏਗਾ। ਹੇ ਸੱਚੇ ਪਾਤਸ਼ਾਹ ਜੀ, ਕੋਈ ਦੁੱਖ ਸੁੱਖ ਹੁੰਦਾ ਸੀ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਹੇ ਸੱਚੇ ਪਾਤਸ਼ਾਹ ਜੀ, ਤੁਝ ਬਿਨ ਦੂਜਾ ਨਾਹੀਂ ਕੋਏ, ਤੁਹਾਡੇ ਬਿਨਾਂ ਹੁਣ ਕਿਹੜਾ ਦੂਜਾ ਰਾਹ ਆ ਜਿੱਥੇ ਜਾਵਾਂਗੇ, ਤੁਹਾਡੇ ਬਿਨਾਂ ਸਾਡੀ ਲੋਕ ਪਰਲੋਕ ਵਿੱਚ ਕੌਣ ਰੱਖਿਆ ਕਰੇਗਾ। ਸਤਿਗੁਰੂ, ਤੁਹਾਡੇ ਬਿਨਾਂ ਕੌਣ ਸਾਡੀਆਂ ਅਰਦਾਸਾਂ ਬੇਨਤੀਆਂ ਦੁੱਖ ਸੁੱਖ ਸੁਣਿਆ ਕਰੇਗਾ। ਆਪ ਅਲੰਬ ਦੁਨੀ ਅਰਦੀਨ, ਤੁਸੀਂ ਤਾਂ ਸਾਡੇ ਸਿੱਖਾਂ ਦੇ ਆਸਰੇ ਸੀ, ਇੱਥੇ ਵੀ ਆਸਰੇ ਸੀ ਤੇ ਪਰਲੋਕ ਵਿੱਚ ਵੀ ਸਿੱਖਾਂ ਨੂੰ ਤੁਹਾਡਾ ਹੀ ਆਸਰਾ ਸੀ। ਸ਼ੋਕ ਸ਼ਬਦ ਮਹਿਲਨ ਮਹਿ ਹੋਵਾ, ਏਦਾਂ ਸੰਗਤ ਜੀ ਬੜਾ ਭਾਰੀ ਗੁਰੂ ਕੇ ਮਹਿਲਾਂ ਵਿੱਚ ਸ਼ੋਕ ਦੇ ਸ਼ਬਦ, ਜਿਵੇਂ ਕੋਈ ਵਿਰਾਗ ਦੇ ਗੁਰਬਾਣੀ ਦੇ ਸ਼ਬਦ ਹੁੰਦੇ ਹਨ, ਇੱਦਾਂ ਬੜੇ ਵਿਰਾਗ ਦੇ ਗੁਰਬਾਣੀ ਦੇ ਸ਼ਬਦ ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਹੈ। ਸੁਨ ਕਰ ਸਤਿਗੁਰ ਦਾਸ ਪਠਾਏ, ਤੇ ਉਹ ਘਰ ਤੋਂ ਆਵਾਜ਼ ਆਉਂਦੀ ਆ ਹੁਣ ਬੋਲਣ ਦੀ ਮਾਈਆਂ ਦੇ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਬਿਨਾਂ ਹੁਣ ਸਿੱਖਾਂ ਦਾ ਕੌਣ ਲਾਜਪਤ ਰੱਖੇਗਾ। ਇਹ ਜਦੋਂ ਆਵਾਜ਼ ਪੰਡਾਲ 'ਚ ਗਈ ਨਾ ਬਾਹਰ, ਜਿੱਥੇ ਗੁਰੂ ਕਲਗੀਧਰ ਸਾਹਿਬ ਜੀ ਬੈਠੇ ਸਨ, ਸੱਚੇ ਪਾਤਸ਼ਾਹ ਨੇ ਸੁਣਿਆ ਤੇ ਇੱਕ ਸਿੱਖ ਨੂੰ ਮਹਾਰਾਜ ਨੇ ਘਰੇ ਭੇਜਿਆ ਹੈ। ਗੁਰ ਹਿਤ ਸੋਕ ਬਿਲਾਪ ਨਾ ਕੀਜਹ, ਉਹ ਸਿੱਖ ਨੇ ਜਾ ਕੇ ਆਖਿਆ ਕਿ ਹੇ ਮਾਤਾ, ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਐ ਵੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਤਾਂ ਪਰਉਪਕਾਰੀ ਹੈ ਤੇ ਜਿਹੜੇ ਪਰਉਪਕਾਰੀ ਹੁੰਦੇ ਐ ਉਹਨਾਂ ਦੇ ਵਾਸਤੇ ਸ਼ੋਕ ਨਹੀਂ ਕਰੀਦਾ।
ਜਿਹੜੇ ਦੂਜਿਆਂ ਦੀ ਲਾਜਪਤ ਇੱਜ਼ਤ ਪੜਦੇ ਢੱਕਦੇ ਐ, ਉਹਨਾਂ ਮਹਾਂਪੁਰਖਾਂ ਸਤਿਪੁਰਖਾਂ ਦੇ ਸੱਚਖੰਡ ਗਿਆਨ ਤੇ ਕਦੇ ਦੁੱਖ ਨਹੀਂ ਮਨਾਈਦਾ ਹੈ। ਸਿਮਰਹੁ ਗੁਣ ਪ੍ਰਭ ਕੀ ਸਮੁਦਾਈ। ਤੇ ਪਰਮੇਸ਼ਰ ਦੇ ਗੁਣ ਗਾਓ। ਗੁਰੂ ਕਲਗੀਧਰ ਸਾਹਿਬ ਕਹਿੰਦੇ ਰੋਣਾ ਨਹੀਂ ਕਿਸੇ ਨੇ, ਸਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਕੇ ਨਾਮ ਸਿਮਰੋ, ਉਹਨਾਂ ਦੀ ਬਾਣੀ ਪੜ੍ਹੋ ਜਿੰਨੀ ਪੜ੍ਹ ਸਕਦੇ ਹੋ। ਸਦਾ ਆਨੰਦ ਏਕ ਰਸ ਜਾਨਹੁ। ਸਾਡੇ ਪਿਤਾ ਜੀ ਦੁੱਖ ਸੁੱਖ ਵਿੱਚ ਨਹੀਂ ਸਨ, ਮਹਾਰਾਜ ਬ੍ਰਹਮ ਗਿਆਨੀ ਸਨ, ਉਹ ਸਦਾ ਆਨੰਦ ਵਿੱਚ ਰਹਿਣ ਵਾਲੇ ਸੀ। ਇੱਕ ਰਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਨੰਦ ਬਿਰਤੀ ਸੀ। ਜਨਮ ਮਰਨ ਗੁਰ ਕੀ ਨਹਿ ਕਾਈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਜਨਮ ਮਰਨ ਨਹੀਂ ਸੀ ਵੀ ਜੇ ਆਖੀਏ ਵੀ ਸੰਸਾਰ ਤੋਂ ਚਲੇ ਗਏ ਤੇ ਉਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਗੁਰੂ ਕਲਗੀਧਰ ਸਾਹਿਬ ਸਮਝਾਉਂਦੇ ਐ ਪਰਿਵਾਰ ਨੂੰ ਤੇ ਜਿੰਨੀਆਂ ਸੰਗਤਾਂ ਇਕੱਠੀਆਂ ਹੋਈਆਂ, ਮਾਰੇ ਕਹਿੰਦੇ ਸੰਗਤ ਜੀ ਸਾਡੇ ਪਿਤਾ ਜਨਮ ਮਰਨ ਵਿੱਚ ਨਹੀਂ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਤਾਂ ਪਰਮੇਸ਼ਰ ਤੇਗ ਬਹਾਦਰ ਸਿਮਰਿਐ, ਸਭ ਥਾਈ ਹੋਏ ਸਹਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਜਿੱਥੇ ਯਾਦ ਕਰੋ ਉੱਥੇ ਹੀ ਹਾਜ਼ਰ ਹੈ। ਤੇ ਇਹੋ ਜਿਹੇ ਸਤਿਪੁਰਖਾਂ ਦੇ ਸ਼ਹੀਦਾਂ ਦੇ ਸੱਚਖੰਡ ਜਾਣ ਤੇ ਕਦੇ ਵਿਰਾਗ ਨਹੀਂ ਕਰੀਦਾ, ਪਛੋਤਾਵਾ ਰੋਈਦਾ ਨਹੀਂ ਹੁੰਦਾ ਹੈ। ਪਰ ਉਪਕਾਰ ਹੇਤ ਤਨ ਧਾਰ ਹੈ। ਕਿਉਂਕਿ ਸਾਡੇ ਪਿਤਾ ਗੁਰੂ ਦੇਵ ਨੇ ਪਰਉਪਕਾਰ ਕਰਨ ਵਾਸਤੇ ਸਰੀਰ ਧਾਰਿਆ ਸੀ, ਸੰਸਾਰ ਦੇ ਭਲੇ ਵਾਸਤੇ ਮਹਾਰਾਜ ਜੀ ਇੱਥੇ ਆਏ ਸਨ। ਜਿਮ ਨਭ ਮਹਿ ਘਨ ਹੋਏ ਬਿਦਤਾਈ। ਜਿਵੇਂ ਆਕਾਸ਼ ਦੇ ਵਿੱਚ ਬੱਦਲ ਹੁੰਦੇ ਆ ਨਾ, ਤੇ ਫਸਲਾਂ ਨੂੰ ਪਾਲਣ ਵਾਸਤੇ ਬੱਦਲ, ਜਿਹੜਾ ਬੱਦਲ ਨੇ ਕਿਹੜਾ ਦਾਣੇ ਖਾਣੇ ਹੁੰਦੇ ਆ ਵੱਢ ਕੇ ਜ਼ਿਮੀਂਦਾਰਾਂ ਦੀ ਫਸਲਾਂ ਦੇ, ਪਰ ਫਿਰ ਵੀ ਫਸਲਾਂ ਪਕਾਉਣ ਵਾਸਤੇ ਬੱਦਲ ਅਸਮਾਨ ਵਿੱਚ ਚੜ੍ਹਦੇ, ਮੀਂਹ ਪਾ ਕੇ ਫਿਰ ਗੁਪਤ ਹੋ ਜਾਂਦੇ ਆ। ਮਹਾਰਾਜ ਗੁਰੂ ਕਲਗੀਧਰ ਸਾਹਿਬ ਕਹਿੰਦੇ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਪਰਉਪਕਾਰ ਦੇ ਬੱਦਲ ਹੈ। ਸਤਿਗੁਰੂ ਜਿਵੇਂ ਬੱਦਲ ਚੜ੍ਹਦਾ ਫਸਲ ਨੂੰ ਪਾਣੀ ਦੇ ਕੇ ਚਲਾ ਜਾਂਦਾ ਹੈ, ਮਹਾਰਾਜ ਹਿੰਦੂਆਂ ਦਾ ਹਿੰਦ ਰੱਖਣ ਆਏ ਸੀ, ਤਿਲਕ ਜੰਝੂ ਰੱਖਣ ਆਏ ਸੀ। ਸਤਿਗੁਰੂ ਆਪ ਦਾ ਸਾਕਾ ਵਰਤਾ ਕੇ ਪੁਨः ਫੇਰ ਸੱਚਖੰਡ ਨੂੰ ਚਲੇ ਗਏ ਹਨ। ਕਰ ਬਰਖਾ ਸੁਖ ਦੇ ਕਰ ਜਗ ਕੋ। ਜਿਵੇਂ ਬੱਦਲ ਵਰਖਾ ਕਰਕੇ ਸੰਸਾਰ ਨੂੰ ਸੁਖੀ ਕਰ ਦਿੰਦੇ ਐ, ਆਪ ਥੋੜਾ ਪਾਣੀ ਪੀਣਾ ਨਾ ਫਸਲਾਂ ਖਾਣੀਆਂ ਹੁੰਦੀਆਂ ਬੱਦਲਾਂ ਨੇ। ਪੁਨ ਆਕਾਸ਼ ਮਹਿ ਲੈ ਹੋਈ ਜਾਏ। ਜਿਵੇਂ ਬੱਦਲ ਆਕਾਸ਼ ਚੋਂ ਪੈਦਾ ਹੋ ਕੇ ਤੇ ਆਕਾਸ਼ 'ਚ ਹੀ ਵੜ ਜਾਂਦਾ ਫੇਰ, ਤੇ ਸੰਸਾਰ ਨੂੰ ਮੀਂਹ ਬਖਸ਼ ਜਾਂਦਾ ਹੈ। ਇੱਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਬ੍ਰਹਮੰਡ ਖੰਡ ਸੱਚਖੰਡ ਚੋਂ ਹੀ ਪੈਦਾ ਹੋਏ, ਪ੍ਰਗਟ ਹੋਏ ਤੇ ਹਿੰਦੂਆਂ ਦੇ ਤਿਲਕ ਜੰਝੂ ਨੂੰ ਰੱਖਿਆ, ਮਜਲੂਮਾਂ ਦੀ ਰੱਖਿਆ ਕੀਤੀ। ਤੇ ਗੁਰੂ ਦੇਵ ਉਸੇ ਤਰ੍ਹਾਂ ਹੀ ਫੇਰ ਜਿੱਥੋਂ ਆਏ ਸੀ ਮਹਾਰਾਜ ਉੱਥੇ ਹੀ ਲੋਪ ਹੋ ਗਏ ਹੈ, ਗੁਪਤ ਹੋ ਗਏ ਹਨ। ਤਿਮ ਤਨ ਗੁਰ ਸੁਤੰਤਰ ਹੋਏ ਧਾਰ ਹੈ। ਬੱਦਲਾਂ ਦੇ ਵਾਂਗੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਤੰਤਰ, ਮਹਾਰਾਜ ਜਨਮ ਮਰਨ ਵਿੱਚ ਨਹੀਂ, ਸੱਚੇ ਪਾਤਸ਼ਾਹ ਜੀ ਨੇ ਤਾਂ ਸੁਤੰਤਰ ਸਰੂਪ ਧਾਰਿਆ ਹੋਇਆ ਹੈ ਸੀ। ਸਿੱਖ ਸੇਵਕ ਕੀ ਬਨ ਹੈ ਸਹਾਈ। ਤੇ ਜਿੱਥੇ ਕਿੱਥੇ ਸਿੱਖ ਸੇਵਕ ਯਾਦ ਕਰਦੇ, ਗਰੀਬ ਨਵਾਜ ਉੱਥੇ ਹੀ ਸਿੱਖਾਂ ਸੰਗਤਾਂ ਦੀ ਸਹਾਇਤਾ ਕਰਦੇ ਪਹੁੰਚਦੇ। ਗਿਆਨ ਭਗਤ ਉਪਦੇਸ਼ਨ ਕਰਕੇ। ਜਿੰਨਾ ਸਮਾਂ ਸੱਚੇ ਪਾਤਸ਼ਾਹ ਜੀ ਸੰਸਾਰ ਤੇ ਰਹੇ, ਸਿੱਖਾਂ ਨੂੰ ਗਿਆਨ ਦਾ ਉਪਦੇਸ਼ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਵਿਰਾਗ ਦਾ, ਤਿਆਗ ਦਾ, ਨਾਮ ਸਿਮਰਨ ਜਪਣ ਦਾ ਉਪਦੇਸ਼ ਦਿੱਤਾ ਹੈ। ਸ਼ੁਭ ਮਾਰਗ ਮਹਿ ਜਗਤ ਲਗਾਈ। ਤੇ ਸੰਸਾਰ ਨੂੰ ਸੱਚੇ ਪਾਤਸ਼ਾਹ ਜੀ ਨੇ ਚੰਗੇ ਭਾਉ ਭਗਤੀ ਦੇ ਰਸਤੇ ਤੇ ਲਾਇਆ ਹੈ। ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਬੜੇ ਬੜੇ ਅਪਰਾਧੀ ਸੀ ਜਿਹੜੇ, ਉਹ ਗੁਰੂ ਕੇ ਭਾਰੀ ਸਿੱਖ ਬ੍ਰਹਮ ਗਿਆਨੀ ਬਣੇ ਆ। ਪੁਨ ਸੁਛੰਦ ਪਰ ਲੋਕ ਸਿਧਾਇਆ ਹੈ। ਜਿੰਨਾ ਸਮਾਂ ਸੱਚੇ ਪਾਤਸ਼ਾਹ ਮਾਤ ਲੋਕ ਤੇ ਰਹੇ, ਗੁਰੂ ਤੇਗ ਬਹਾਦਰ ਸਾਹਿਬ ਜੀ ਸੁਤੰਤਰ ਰਹੇ ਹੈ, ਕਿਸੇ ਦੀ ਕਨੌੜ ਨਹੀਂ ਮੰਨੀ ਸਾਡੇ ਪਿਤਾ ਨੇ। ਤੇ ਹੁਣ ਸੱਚਖੰਡ ਵੀ ਮਹਾਰਾਜਾ ਆਪਦੀ ਮਰਜ਼ੀ ਨਾਲ ਗਏ ਹੈ। ਔਰੰਗੇ ਵਰਗਿਆਂ ਦੀ ਕੀ ਤਾਕਤ ਹੈ ਸਾਡੇ ਪਿਤਾ ਜੀ ਵੱਲ ਅੱਖ ਚੁੱਕ ਕੇ ਵੀ ਵੇਖ ਜਾਣ, ਇਹ ਤਾਂ ਮਰਜ਼ੀ ਹੀ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੀ ਐਸੀ ਹੈ। ਤਿਨ ਕਾਰਨ ਕਿਮ ਸੂਕ ਉਪਾਏ। ਜਿਹੜੇ ਐਡੇ ਪਰਉਪਕਾਰੀ ਗੁਰੂ ਦੇਵ ਹੋਣ, ਐਸੇ ਸੱਚੇ ਪਾਤਸ਼ਾਹ ਜੀਆਂ ਦੇ ਵਾਸਤੇ ਤੁਸੀਂ ਕਿਉਂ ਸ਼ੋਕ ਅਪਣਾਉਂਦੇ ਹੋ, ਕਿਉਂ ਤੁਸੀਂ ਮਨ ਢਾਉਂਦੇ ਹੋ? ਮਹਾਰਾਜ ਨੇ ਮਾਤਾ ਗੁਜਰ ਕੌਰ, ਮਾਤਾ ਨਾਨਕੀ, ਹੋਰ ਸੰਗਤਾਂ ਕਿਉਂ ਮਾਈਆਂ ਦਾ ਸੁਭਾਅ ਹੁੰਦਾ, ਤੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਨਾ ਭਾਈ, ਸਾਡੇ ਗੁਰੂ ਦੇਵ ਪਿਤਾ ਪਰਉਪਕਾਰੀ ਮਹਾਤਮਾ ਧਰਮਾਤਮਾ ਸਤਿਪੁਰਖ ਹੋਏ ਹੈ। ਸੱਚੇ ਪਾਤਸ਼ਾਹ ਜੀ ਦੀ ਬਾਬਤ
ਕਿਸੇ ਨੇ ਐਸਾ ਬਚਨ ਨਹੀਂ ਕਰਨਾ ਵੀ ਮਹਾਰਾਜ ਇਹ ਚੰਗਾ ਨਹੀਂ ਹੋਇਆ। ਸਤਿਗੁਰੂ ਕਹਿੰਦੇ ਸਾਡੇ ਪਿਤਾ ਆਈ ਇਸੇ ਕਾਰਨ ਸੀ, ਤੇ ਜਿਹੜੇ ਕਾਰਨ ਕਰਨ ਆਏ ਸੀ ਮਹਾਰਾਜ ਉਹ ਕਰਕੇ ਚਲੇ ਗਏ ਹਨ। ਨਾਮ ਉਚਾਰਹੁ ਜਨਮ ਸੁਧਾਰਹੁ। ਜਿਹੜਾ ਕੰਮ ਕਰਨ ਵਾਲਾ ਉਹ ਕਰੋ, ਨਾਮ ਉਚਾਰੋ। ਭਾਈ ਗੁਰੂ ਤੇਗ ਬਹਾਦਰ ਸਾਹਿਬ ਦਾ ਜੇ ਖੁਸ਼ਾ ਲੈਣਾ ਹੈ, ਬਾਣੀ ਪੜੋ, ਨਾਮ ਜਪੋ, ਸਿਮਰਨ ਕਰੋ, ਆਪਣਾ ਜਨਮ ਸੁਧਾਰ ਲਓ ਜੀ। ਕਸ਼ਟ ਨ ਧਾਰਹੁ ਜਨ ਸਮੁਦਾਇ। ਐਵੇਂ ਦੁੱਖ ਨਾ ਆਪਦੇ ਮਨ ਵਿੱਚ ਪ੍ਰਾਪਤ ਕਰੋ ਵੀ ਇਹੋ ਜਿਹਾ। ਮਹਾਰਾਜ ਨੇ ਫਿਰ ਉੱਥੇ ਪੰਕਤੀ ਵੀ ਸੁਣਾਈ ਭਗਤ ਕਬੀਰ ਸਾਹਿਬ ਜੀ। ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਖਤ ਬਾਪਰੇ, ਜੋ ਹਾਟੈ ਹਾਟ ਬਿਕਾਏ। ਮਹਾਰਾਜ ਕਹਿੰਦੇ ਸੰਗਤ ਜੀ ਉਹਨਾਂ ਨੂੰ ਰੋਣਾ ਪਿੱਟਣਾ ਚਾਹੀਦਾ ਹੈ ਜਿਨ੍ਹਾਂ ਪਹਾੜ ਜਿੱਡੀ ਉਮਰ ਜਿਹੜੀ ਆ ਵਿਸ਼ੇ ਵਿਕਾਰ ਭੋਗਦਿਆਂ ਲੰਘਾ ਦਿੱਤੀ, ਸ਼ਰਾਬਾਂ ਕਬਾਬਾਂ ਪੀਂਦਿਆਂ ਲੰਘਾ ਦਿੱਤੀ, ਜਿਨ੍ਹਾਂ ਸਾਰੀ ਉਮਰ ਕੋਈ ਢੰਗ ਦਾ ਕੰਮ ਨਹੀਂ ਕੀਤਾ, ਕੋਈ ਪਰਉਪਕਾਰ ਨਹੀਂ ਕੀਤਾ, ਭੁੱਖੇ ਦੇ ਮੂੰਹ ਵਿੱਚ ਪ੍ਰਸ਼ਾਦੇ ਦੀ ਬੁਰਕੀ ਨਾ ਪਾਈ, ਜਿਨ੍ਹਾਂ ਪਿਆਸੇ ਮਰਦੇ ਨੂੰ ਪਾਣੀ ਦੀ ਘੁੱਟ ਨਾ ਕਦੇ ਦਿੱਤੀ, ਜਿਨ੍ਹਾਂ ਨੇ ਕੋਈ ਪਰਉਪਕਾਰ ਕਦੇ ਨਹੀਂ ਕੀਤਾ, ਕਿਸੇ ਦੁਖੀ ਦੀ ਪੁਕਾਰ ਸੁਣ ਕੇ ਮਨੋਂ ਹਾਏ ਨਾ ਨਿਕਲੀ, ਜਿਹੜੇ ਨਿਰਦਈ ਲੋਕ ਹੈ ਉਹਨਾਂ ਨੂੰ ਰੋਣਾ ਚਾਹੀਦਾ। ਜਿਹੜੇ ਸੰਤ ਮਹਾਨ ਸਤਿਪੁਰਖ ਹੁੰਦੇ ਹੈ ਉਹਨਾਂ ਨੂੰ ਕਾਹਦਾ ਰੋਣਾ, ਉਹ ਤਾਂ ਆਪਣੇ ਘਰ ਗਏ ਹੈ, ਆਪਣੇ ਘਰ ਸੱਚਖੰਡ 'ਚੋਂ ਆਏ ਸੀ ਤੇ ਪੁਨः ਫੇਰ ਆਪਣੇ ਘਰ ਗਏ ਹੈ। ਉਹ ਕਿਹੜਾ ਹੋਰ ਗਾਂ ਜੂਨੀਆਂ 'ਚ ਪੈ ਗਏ ਹੈ। ਰੋਵੋ ਉਹਨਾਂ ਨੂੰ ਜਿਨ੍ਹਾਂ ਪਹਾੜ ਜਿੱਡੀ ਆ ਉਮਰ ਗਵਾ ਦਿੱਤੀ ਤੇ ਅੱਗਾਂ 84 ਦੀ ਇਹੋ ਜਿਹੀ ਫਾਹੀ ਵਿੱਚ ਫਸ ਗਏ ਜਿਨ੍ਹਾਂ ਕਦੇ ਨਿਕਲਣਾ ਨਹੀਂ। ਉਹਨਾਂ ਨੂੰ ਜ਼ਰੂਰ ਰੋਣਾ ਚਾਹੀਦਾ ਜਿਹੜੇ 84 ਦੀ ਫਾਹੀ ਵਿੱਚ ਗਾਂ ਫਿਰ ਕਈ ਜਨਮੀ ਭਟਕਦੇ ਤੁਰੇ ਆਉਣਗੇ ਤੇ ਦੁਬਾਰਾ ਮਨੁੱਖਾ ਜਾਮਾ ਨਹੀਂ ਛੇਤੀ ਮਿਲਣਾ। ਰੋਵੋ, ਉਹਨਾਂ ਨੂੰ ਜ਼ਰੂਰ ਰੋਵੋ। ਪਰ ਇਹੋ ਜਿਹੇ ਗੁਰੂ ਤੇਗ ਬਹਾਦਰ ਸਾਹਿਬ ਪਰਉਪਕਾਰੀ, ਇਹੋ ਜਿਹੇ ਸਤਿਗੁਰੂ ਮਹਾਰਾਜ ਦੇ ਬਾਬਤ ਨਾਮ ਸਿਮਰਨ ਕਰੀਦਾ ਹੁੰਦਾ ਹੈ। ਇਹਨਾਂ ਦੀ ਬਾਬਤ ਚਿੰਤਾ ਸ਼ੋਕ ਝੋਰਾ ਪਛੋਤਾਵਾ ਨਹੀਂ ਕਰਨਾ ਚਾਹੀਦਾ ਹੈ। ਸੁਨ ਕੈ ਬਾਹਕ ਹਟੇ ਸਭ ਰੋਦਤ। ਇੱਦਾਂ ਦੇ ਬਚਨ ਗੁਰੂ ਕਲਗੀਧਰ ਸਾਹਿਬ ਨੇ ਜਦੋਂ ਖਾਲਸਾ ਜੀ ਗੱਜ ਕੇ ਆਖੇ ਸਾਰੀ ਸੰਗਤ ਵਿੱਚ, ਤੇ ਮਹਾਰਾਜ ਦਾ ਫਿਰ ਪ੍ਰਤਾਪ ਸੀ ਗੁਰੂ ਕਲਗੀਧਰ ਸਾਹਿਬ ਜੀ ਦਾ, ਸਭ ਚੁੱਪ ਹੋ ਗਏ। ਮਹਾਰਾਜ ਦੇ ਬਚਨਾਂ ਦਾ ਐਸਾ ਧੀਰਜ ਵੱਜਾ, ਸਾਰਿਆਂ ਦੇ ਮਨ ਇੱਕਦਮ ਸ਼ਾਂਤ ਹੋ ਗਏ ਹਨ। ਹੋਏ ਤੂਛਨ ਗੁਰ ਗਿਆਨ ਧਰਾਏ। ਮਹਾਰਾਜ ਨੇ ਗਿਆਨ ਹਿਰਦੇ 'ਚ ਪਾ ਦਿੱਤਾ ਉਪਦੇਸ਼ ਨਾਲ, ਸਾਰਿਆਂ ਦੇ ਮੂੰਹ ਤੇ ਚੁੱਪੀ ਆ ਗਈ। ਸਾਰੀਆਂ ਸੰਗਤਾਂ ਚੁੱਪ ਕਰਕੇ ਨਾਮ ਜਪਣ ਲੱਗ ਪਈਆਂ ਹਨ। ਜੁਗ ਅਸਵਾਰ ਪਠਾਵਨ ਕੀਨੇ। ਫਿਰ ਮਹਾਰਾਜ ਨੇ 2 ਘੋੜ ਅਸਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੋਰਨਾ ਕੀਤੇ ਆ। ਆਵਹ ਸਿੱਖ ਮਿਲੋ ਅਗਵਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 2 ਸਿੱਖਾਂ ਨੂੰ ਹੁਕਮ ਕੀਤਾ ਵੀ ਐਂ ਕਰੋ, ਤੁਸੀਂ ਇੱਥੋਂ ਘੋੜੇ ਤੇ ਚੜੋ ਤੇ 2 ਸਿੱਖ ਦਿੱਲੀ ਨੂੰ ਤੁਰੋ, ਤੇ ਅੱਗੋਂ ਕੋਈ ਸਿੱਖ ਆਉਂਦਾ ਹੋਊਗਾ ਗੁਰੂ ਤੇਗ ਬਹਾਦਰ ਪਿਤਾ ਸਤਿਗੁਰਾਂ ਦਾ ਅਸੀਸ ਲੈ ਕੇ ਭਾਈ ਜੈਤਾ, ਉਹ ਗੁਰਮੁਖ ਪਿਆਰਾ ਤੁਹਾਨੂੰ ਜਿੱਥੇ ਮਿਲ ਪਵੇਗਾ। ਜਾਹੋ ਭਲਾਵਤ ਪੁਨ ਹਟ ਆਵੋ। ਤੇ ਉਹ ਛੇਤੀ ਦੌੜੇ ਜਾਓ ਤੇ ਜਿੱਥੇ ਤੁਹਾਨੂੰ ਮਿਲ ਪਵੇ ਪਤਾ ਲੈ ਲੈਣਾ ਕਿੱਥੇ ਆ ਗਿਆ ਹੈ, ਉਹਦੇ ਨਾਲ ਗੁਰਮਤਾ ਕਰਕੇ ਤੇ ਤੁਸੀਂ ਉੱਥੋਂ ਪਿੱਛੇ ਫਿਰ ਅਨੰਦਪੁਰ ਸਾਹਿਬ ਸਾਡੇ ਕੋਲ ਮੁੜ ਆਉਣਾ ਹੈ। ਦੀਜੈ ਸੁਧ ਤਿਸ ਤੇ ਸੁਨ ਪਾਏ। ਉਹਦੇ ਤੋਂ ਸੁਣ ਕੇ ਆਓ ਭਾਈ ਜੈਤੇ ਤੋਂ ਵੀ ਕੀ ਮਾਹੌਲ ਹੈ, ਕਿੱਧਰ ਦੀ ਆ ਰਿਹਾ ਤੇ ਕਿੱਥੇ ਪਹੁੰਚੇਗਾ। ਪਹਿਲਾਂ ਉਹਨੂੰ ਪੁੱਛੋ ਭਾਈ ਜੈਤਾ ਜੀ ਨੂੰ, ਤੇ ਫਿਰ ਤੁਸੀਂ ਸਾਨੂੰ ਇੱਥੇ ਆ ਕੇ ਦੱਸ ਦੇਣਾ ਹੈ। ਦਈ ਨਿਹਾਰੀ ਹੈਨ ਅਰੁਢੇ। ਇੱਦਾਂ ਖਾਲਸਾ ਜੀ ਤਿਆਰਾ ਕਰਕੇ ਘੋੜਿਆਂ ਨੂੰ ਮਸਾਲਾ ਆਦਿਕ ਦੇ ਕੇ 2 ਸਿੱਖ ਸੂਰਮੇ ਇੱਥੋਂ ਅਨੰਦਪੁਰ ਸਾਹਿਬ ਤੋਂ ਗੁਰੂ ਕਲਗੀਧਰ ਸਾਹਿਬ ਨੇ ਤੋਰੇ ਹੈ। ਚੜ੍ਹਾਈ ਕਰਕੇ 2 ਸੂਰਮੇ ਘੋੜਿਆਂ ਤੇ ਦਿੱਲੀ ਨੂੰ ਹੋ ਤੁਰੇ ਹਨ। ਦਿੱਲੀ ਪੁਰ ਕੇ ਮਾਰਗ ਚਾਲ। ਇੱਥੋਂ ਅਨੰਦਪੁਰ ਸਾਹਿਬ ਤੋਂ ਹੱਲਾ ਕਰਦਿਆਂ ਦਿੱਲੀ ਦੇ ਰਸਤੇ ਤੁਰ ਪਏ ਹਨ ਜੀ। ਨਿਸ ਬਾਸੁਰ ਗਮਨੇ ਇੱਕ ਸਮਹੀ। ਦਿਨ ਰਾਤ ਲਗਾਤਾਰ ਘੋੜਿਆਂ ਨੂੰ ਭਜਾਉਂਦੇ ਹੋਏ ਤੁਰੇ ਗਏ ਹਨ। ਦੇਖਤ ਨਰ ਹਿਤ ਸਿੱਖ ਸਮਾਲ। ਤੇ ਇੱਧਰ ਵੇਂਦੇ ਜਾਂਦੇ ਖੱਬੇ ਸੱਜੇ ਵੀ ਕੋਈ ਸਿੱਖ ਦਿਸਦਾ ਹੈ ਭਾਈ ਜੇਤੇ ਨੂੰ ਨਾ, ਲੱਭਦੇ ਖਾਲਸਾ ਜੀ, ਤੇ ਇਹ 2 ਸਿੱਖ ਦਿੱਲੀ ਨੂੰ ਤੁਰੇ ਜਾ ਰਹੇ ਹਨ। ਕੇਤਿਕ ਮਜਦ ਗਏ ਅਭਿ ਲੋਕਿਓ। ਅਜੇ ਅਨੰਦਪੁਰ ਸਾਹਿਬ ਤੋਂ ਜਿਵੇਂ ਕੋ 2-4 ਮੰਜ਼ਿਲ ਹੁੰਦੀ ਹੈ, 12 ਕੋਹ ਦੀ ਇੱਕ ਮੰਜ਼ਿਲ ਹੁੰਦੀ ਹੈ, 2-3 ਮੰਜ਼ਿਲਾਂ ਜਿਵੇਂ ਕੋ 20-25 ਕੋਹ ਗਏ ਹੋਣਗੇ। ਜਦੋਂ ਅਨੰਦਪੁਰ ਸਾਹਿਬ ਤੋਂ 2 ਸਿੱਖ ਗੁਰੂ ਕਲਗੀਧਰ ਸਾਹਿਬ ਦੇ ਭੇਜੇ, 24-25-30 ਕੋਈ ਅਜੇ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਗਏ ਹਨ। ਗੁਰ ਸਿਰ ਬਸਤਰ ਲਪੇਟੀ ਜਾਲ। ਤੇ ਅੱਗੋਂ
ਬਹੁਤ ਵੱਡੇ ਕੱਪੜੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲਪੇਟਿਆ ਹੋਇਆ ਭਾਈ ਜੈਤਾ ਤੁਰਿਆ ਆਉਂਦਾ ਹੈ। ਆਪਣੇ ਸੀਸ ਉਠਾਵਨ ਕੀਨਸ, ਤੇ ਗੁਰੂ ਸਾਹਿਬ ਗੁਰੂ ਪਾਤਸ਼ਾਹ ਨਾਵੇਂ ਸਤਿਗੁਰਾਂ ਦਾ ਸੀਸ ਖੁੱਲੇ ਕੱਪੜੇ ਬਸਤਰ ਚ ਲਪੇਟ ਕੇ ਤੇ ਭਾਈ ਜੈਤਾ ਜੀ ਨੇ ਆਪਣੇ ਸੀਸ ਦੇ ਉੱਪਰ ਰੱਖਿਆ ਹੋਇਆ ਹੈ। ਇਤ ਉਤ ਪਿਖਤ ਸਤਰਾਸ ਵਿਸਾਲ, ਤੇ ਕਦੇ ਖੱਬੇ ਵੇਂਦਾ ਕਦੇ ਸੱਜੇ, ਕਿਉਂ ਦਿੱਲੀੋਂ ਫੌਜ ਲੱਭ ਰਹੀ ਸੀ ਗੁਰੂ ਸਾਹਿਬ ਦਾ ਸੀਸ ਕਿੱਥੇ ਹੈ। ਤੇ ਭਾਈ ਜੈਤਾ ਬਹੁਤ ਕਾਲੀ ਕਾਲੀ ਪੈਰ ਪੱਟਦਾ ਹੋਇਆ ਤੇ ਕਦੇ ਚਾਰ ਚਫੇਰੇ ਵੇਂਦਾ ਆਉਂਦਾ ਤੇ ਆਨੰਦਪੁਰ ਸਾਹਿਬ ਨੂੰ ਡਰਦਾ ਹੋਇਆ ਬਹੁਤ ਕਾਲੀ ਪੈਰੀ ਤੁਰਿਆ ਆ ਰਿਹਾ ਹੈ। ਕੀਨ ਚਿਨਾਰ ਮਿਲੇ ਕਰ ਬੰਧਨ, ਉਦੋਂ ਇਹ ਦੋ ਸਿੱਖ ਮਿਲ ਪਏ। ਚਲੋ ਸਿੱਖਾਂ ਨੂੰ ਸਿੱਖ ਸਿਆਣਦੇ, ਉਹਨਾਂ ਸਿਆਣ ਲਿਆ ਵੀ ਇਹ ਤਾਂ ਭਾਈ ਜੈਤਾ ਜਿਹੜਾ ਗੁਰੂ ਕਲਗੀਧਰ ਸਾਹਿਬ ਨੇ ਦਿੱਲੀ ਭੇਜਿਆ ਸੀ। ਉਹਨਾਂ ਸਿੱਖਾਂ ਨੇ ਸਿਆਣ ਲਿਆ ਤੇ ਨਮਸਕਾਰ ਫਤਿਹ ਬੁਲਾਈ ਆ ਤਿੰਨਾਂ ਸਿੱਖਾਂ ਨੇ ਆਪਸ ਦੇ ਵਿੱਚ। ਕਹੋ ਸੁਧ ਗੁਰ ਕੀ ਜਥਾ ਬ੍ਰਿਤਾਂਤ, ਤੇ ਹੁਣ ਇਹਨਾਂ ਜਿਹੜੇ ਆਨੰਦਪੁਰ ਸਾਹਿਬ ਤੋਂ ਸਿੱਖ ਆ, ਇਹਨਾਂ ਨੂੰ ਕੋਈ ਖਾਸਾ ਪਤਾ ਨਹੀਂ ਸੀ ਦਿੱਲੀ ਦੇ ਕੀ ਹੋਇਆ। ਇਹਨਾਂ ਪੁੱਛਿਆ ਭਾਈ ਜੈਤਿਆ ਆ ਗਿਆ ਦਿੱਲੀੋਂ, ਤੈਨੂੰ ਗੁਰੂ ਕਲਗੀਧਰ ਸਾਹਿਬ ਨੇ ਭੇਜਿਆ ਸੀ ਦਿੱਲੀ ਨੂੰ, ਸੁਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਦੀ ਕੀ ਖਬਰ ਲੈ ਕੇ ਆਇਆ ਹੈ। ਸੁਨ ਤੈਨ ਭਨੀ ਮੋਹਿ ਢਿੱਗ ਗੁਰ ਸਿਰ, ਸੁਣ ਕੇ ਭਾਈ ਜੈਤੇ ਤੋਂ ਹੁਣ ਕੁਝ ਬੋਲਿਆ ਨਾ ਜਾਵੇ, ਖਾਲਸਾ ਜੀ ਬੋਲਿਆ ਕੁਝ ਨਾ ਗਿਆ। ਫਿਰ ਪੁੱਛਦੇ, ਕਹਿੰਦੇ ਉਹ ਭਾਈ ਜੈਤਿਆ ਕੀ ਬਣਿਆ, ਤੈਨੂੰ ਭੇਜਿਆ ਸੀ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਆਨੰਦਪੁਰ ਸਾਹਿਬ ਤੇ ਕੀ ਹਵਾਲਿਆ ਵਾਹਿਗੁਰੂ ਦਿੱਲੀ ਦੇ, ਦੱਸ ਸਾਨੂੰ, ਮਹਾਰਾਜ ਨੇ ਸਾਨੂੰ ਭੇਜਿਆ। ਭਾਈ ਜੈਤਾ ਬੋਲੇ ਹੁਣ ਕੀ। ਜਦੋਂ ਤੀਜੀ ਵਾਰੀ ਫੇਰ ਇਹਨਾਂ ਦੋ ਸਿੱਖਾਂ ਪੁੱਛਿਆ ਭਾਈ ਜੈਤਾ ਜੀ ਬੋਲਦੇ ਨਹੀਂ, ਅਸੀਂ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਵੀ ਸਾਨੂੰ ਦੱਸੋ ਕੀ ਹਾਲ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਤੇ ਭਾਈ ਜੈਤਾ ਜੀ ਨੇਤਰਾਂ ਦੇ ਵਿੱਚੋਂ ਜਲ ਕੇਰ ਕੇ ਨਾ ਸਿਰ ਵਾਲਾ ਜਿਹੜਾ ਕੁਝ ਟੋਕਰੀ ਦੇ ਵਿੱਚ ਕੱਪੜਾ ਲਪੇਟਿਆ, ਇੱਦਾਂ ਵੀ ਸਰੂਪ ਦੱਸਦੇ ਆ, ਜਾਂ ਕਹਿ ਲਓ ਕੱਪੜੇ ਵਿੱਚ ਲਪੇਟ ਕੇ ਸਤਿਕਾਰ ਨਾਲ ਜਿਹੜਾ ਸੀਸ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਦਾ ਰੱਖਿਆ ਹੋਇਆ ਸਿਰ ਉੱਪਰ ਭਾਈ ਜੈਤੇ ਨੇ, ਤੇ ਨੇਤਰਾਂ ਚੋਂ ਜਲ ਵਗਾਉਂਦਿਆਂ ਹੋਇਆ ਉਹ ਦੋ ਸਿੱਖਾਂ ਦੇ ਅੱਗੇ ਕਰਕੇ ਤੇ ਭਾਈ ਜੈਤਾ ਜੀ ਕਹਿੰਦੇ ਭਾਈ ਸਿੱਖੋ ਇਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਆਇਆ ਹੈ। ਚਾਹੋ ਆਨੰਦਪੁਰ ਲੈ ਕਰ ਜਾਤ, ਤੇ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਹੈ ਵੀ ਛੇਤੀ ਤੋਂ ਛੇਤੀ ਸਾਡਾ ਸੀਸ ਤੁਸਾਂ ਨੇ ਆਨੰਦਪੁਰ ਸਾਹਿਬ ਪਹੁੰਚਾਉਣਾ ਹੈ। ਤੇ ਮੈਂ ਦਿੱਲੀੋਂ ਇਹ ਸੀਸ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਆ ਰਿਹਾ ਹਾਂ। ਤੁਮ ਕਿਤ ਜਾਹੋ ਹਟੋ ਅਬ ਪਾਛੇ, ਤੇ ਤੁਸੀਂ ਹੁਣ ਕਿੱਧਰ ਜਾ ਰਹੇ ਹੋ? ਦਿੱਲੀ ਨਾ ਜਾਓ, ਉੱਥੇ ਬਹੁਤ ਭਾਣਾ ਵਾਪਰ ਗਿਆ, ਉੱਥੇ ਕੀ ਰਹਿ ਗਿਆ? ਗੁਰੂ ਤੇਗ ਬਹਾਦਰ ਸਾਹਿਬ ਤਾਂ ਸ਼ਹੀਦ ਹੋ ਗਏ, ਤੁਹਾਡੇ ਕੋਲ ਘੋੜੇ ਐ, ਤੁਸੀਂ ਇੱਥੋਂ ਪਿਛਾ ਮੁੜ ਜਾਓ ਸ੍ਰੀ ਆਨੰਦਪੁਰ ਸਾਹਿਬ, ਗੁਰੂ ਸਾਹਿਬ ਨੂੰ ਖਬਰ ਕਰ ਦਿਓ ਜਾ ਕੇ। ਬੀਤੀ ਤਿਮ ਚਾਹ ਗੁਰ ਜਿਸ ਭਾਂਤ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੂੰ ਜੋ ਹੋਇਆ ਉਹ ਸਭ ਕੁਝ ਦੱਸ ਦਿਓ। ਤੇ ਫਿਰ ਜਿਵੇਂ ਗੁਰੂ ਕਲਗੀਧਰ ਸਾਹਿਬ ਜੀ ਅੱਗੇ ਦੱਸ ਦਿਓ ਵੀ ਭਾਈ ਜੈਤਾ ਆ ਗਿਆ ਲਾਗੇ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ, ਤੇ ਜੋ ਫਿਰ ਅੱਗੇ ਮਹਾਰਾਜ ਹੁਕਮ ਕਰਨਗੇ ਆਪਾਂ ਉਸੇ ਤਰ੍ਹਾਂ ਵਰਤ ਲਵਾਂਗੇ। ਗਮਨ ਹੋ ਤੂਰਨ ਦੇਹੋ ਸਦਨ ਸੁਧ, ਇਸ ਕਰਕੇ ਤੁਸੀਂ ਦੋਵੇਂ ਗੁਰਮੁਖ ਪਿਆਰੇ ਇੱਥੋਂ ਜਾਓ ਤੇ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਸਾਹਿਬ ਦੇ ਘਰ ਜਾ ਕੇ ਖਬਰ ਕਰ ਦਿਓ ਜੀ। ਪੁਨ ਮੈਂ ਭਨ ਹੋ ਆਏ ਸਭ ਬਾਤ, ਤੇ ਬਾਕੀ ਜਿਹੜੀ ਗੱਲਬਾਤ ਹੈ ਦਿੱਲੀ ਉਹ ਮੈਂ ਤੁਹਾਨੂੰ ਉੱਥੇ ਆਨੰਦਪੁਰ ਸਾਹਿਬ ਆ ਕੇ ਤੇ ਠਰਮੇ ਨਾਲ ਸਾਰੀ ਗੱਲਬਾਤ, ਹੋ ਸਕਦਾ ਹੁਣ ਫੌਜ ਮਗਰ ਹੋਵੇ, ਬਾਕੀ ਗੱਲਬਾਤ ਮੈਂ ਤੁਹਾਨੂੰ ਸਾਰੀ ਸ੍ਰੀ ਆਨੰਦਪੁਰ ਸਾਹਿਬ ਆ ਕੇ ਦੱਸਾਂਗਾ। ਕੀਰਤਪੁਰ ਮੈਂ ਠਹਰਨ ਕਰ ਹੋ, ਤੇ ਮੈਂ ਹੁਣ ਇੱਥੋਂ ਇੱਕ ਵਾਰੀ ਕੀਰਤਪੁਰ ਸਾਹਿਬ ਰਾਹ ਚ ਆਉਣਾ ਹੈ, ਤੇ ਮੈਂ ਇੱਕ ਵਾਰੀ ਇੱਥੋਂ ਰਾਹ ਵਿੱਚ ਕੀਰਤਪੁਰ ਸਾਹਿਬ ਜਿਹੜਾ ਆਨੰਦਪੁਰ ਸਾਹਿਬ ਤੋਂ 5 ਕੋਹ ਹੈ, ਮੈਂ ਇੱਕ ਵਾਰੀ ਸ੍ਰੀ ਕੀਰਤਪੁਰ ਸਾਹਿਬ ਜਾ ਕੇ ਰੁਕਾਂਗਾ। ਦਿੰਦ ਦੇਹਰੇ ਗੁਰ ਸੋਢੀਨ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਡੇਰਿਆਂ ਦੇ ਬੜੇ ਦਿਉਰੇ ਹੈ, ਭਾਵ ਸੋਢੀ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵੀ ਉੱਥੇ ਸੰਸਕਾਰ ਹੋਇਆ, ਗੁਰੂ ਹਰ ਰਾਏ ਸਾਹਿਬ, ਬਾਬਾ ਗੁਰਦਿੱਤਾ ਜੀ, ਸੂਰਜਮਲ ਜੀ, ਇਹ ਮਹਾਰਾਜ ਦੇ 6ਵੇਂ ਪਾਤਸ਼ਾਹ ਦੇ ਸਾਰੇ ਪਰਿਵਾਰ ਦੇ ਜਿਹੜੇ ਸੰਸਕਾਰ ਦਿਉਰੇ ਆ ਨਾ, ਉਹ ਖਾਲਸਾ ਜੀ ਕੀਰਤਪੁਰ ਸਾਹਿਬ ਹੈ। ਇਸ ਕਰਕੇ ਪਹਿਲਾਂ ਭਾਈ ਜੇਠਾ ਜੀ ਦੀ ਇੱਛਾ ਸੀ ਵੀ ਮੈਂ ਕੀਰਤਪੁਰ ਸਾਹਿਬ ਜਾਵਾਂਗਾ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੱਡੇ ਵਡੇਰਿਆਂ ਦੇ ਸੰਸਕਾਰ ਹੋਏ ਹੈ। ਤਾਂ ਸਿੱਖਾਂ ਨੂੰ ਕਹਿ ਦਿੱਤਾ ਭਾਈ ਗੁਰਮੁਖੋ ਪਹਿਲਾਂ ਅਸੀਂ ਜਾਵਾਂਗਾ, ਮੈਂ ਇੱਥੋਂ ਸ੍ਰੀ ਕੀਰਤਪੁਰ ਸਾਹਿਬ ਜਾਵਾਂਗਾ ਤੇ ਤੁਸੀਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਕਲਗੀਧਰ ਸਾਹਿਬ ਨਾਲ ਗੁਰਮਤਾ ਕਰਕੇ ਆਓ। ਤੇ ਕੀਰਤਪੁਰ ਸਾਹਿਬ ਆ ਜਾਣਾ, ਮੈਨੂੰ ਦੱਸ ਦੇਣਾ ਗੁਰੂ ਕਲਗੀਧਰ ਸਾਹਿਬ ਜੀ ਦਾ ਕੀ ਹੁਕਮ ਹੈ। ਆਗੇ ਗੁਰ ਇੱਛਾ ਜਿਮ ਹੋਵੇ, ਜਿਵੇਂ ਗੁਰੂ ਕਲਗੀਧਰ ਸਾਹਿਬ ਜੀ ਦੀ ਇੱਛਾ ਹੁਕਮ ਹੋਏਗਾ
ਅਸੀਂ ਉਸੇ ਤਰ੍ਹਾਂ ਕਰ ਲਵਾਂਗੇ ਵੀ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਰਤਪੁਰ ਸਾਹਿਬ ਕਰਨਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਕਰਨਾ ਹੈ। ਇਹ ਧੰਨ ਗੁਰੂ ਕਲਗੀਧਰ ਸਾਹਿਬ ਹੀ ਦੱਸਣਗੇ, ਜਿਵੇਂ ਦੱਸਣਗੇ ਉਸੇ ਤਰ੍ਹਾਂ ਮੰਨ ਲਵਾਂਗੇ। ਤਿਮ ਬਰਤਹ ਆਛੀ ਮਨ ਚੀਨ। ਇਹੀ ਮਨ ਵਿੱਚ ਚੰਗੀ ਗੱਲ ਹੈ ਆਪਣੇ ਵਾਸਤੇ, ਜਿਵੇਂ ਗੁਰੂ ਕਲਗੀਧਰ ਸਾਹਿਬ ਜੀ ਕਹਿਣਗੇ ਆਪਾਂ ਉਸੇ ਤਰ੍ਹਾਂ ਕਰ ਲਵਾਂਗੇ, ਵਰਤ ਲਵਾਂਗੇ। ਸੁਨ ਦੋਨੋਂ ਬਿਰਤਾਂਤ ਹਟੇ ਤਬ। ਜਦੋਂ ਸੁਣਿਆ ਮਹਾਰਾਜ ਦੀ ਸ਼ਹੀਦੀ ਬਾਰੇ ਵੀ ਭਾਈ ਜੈਤਾ ਦਾ ਸੀਸ ਲਈ ਆਉਂਦਾ ਗੁਰੂ ਤੇਗ ਬਹਾਦਰ ਸਾਹਿਬ ਦਾ, ਅੱਖਾਂ ਚੋਂ ਨੀਰ ਕੇਰਦੇ ਹੋਏ ਦੋਵੇਂ ਸਿੱਖ ਘੋੜਿਆਂ ਦੇ ਉੱਪਰ ਉਸੇ ਤਰ੍ਹਾਂ ਹੀ ਪਿਛਾ ਮੁੜ ਪਏ ਹਨ। ਗਮਨੇ ਆਨੰਦਪੁਰ ਮਗਲੀਨ। ਤੇ ਮਾਰੇ ਘੋੜਿਆਂ ਨੂੰ ਅੱਡੇ ਤੇ ਛੇਤੀ ਨਾਲ ਸ੍ਰੀ ਅਨੰਦਪੁਰ ਸਾਹਿਬ ਆ ਪਹੁੰਚੇ ਐ। ਸ਼ੀਘਰ ਕਰਤ ਸਭ ਪੰਥ ਉਲੰਘੇ। ਛੇਤੀ ਕਰਦੇ ਹੋਏ ਦੋਵੇਂ ਸਿੱਖ ਖਾਲਸਾ ਜੀ ਭਾਈ ਜੈਤੇ ਨੂੰ ਮਿਲ ਕੇ ਮੁੜ ਪਏ ਐ ਤੇ ਹੱਲੇ ਨਾਲ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪਹੁੰਚੇ ਹਨ ਜੀ। ਪਰੇ ਸਦਨ ਹੈ ਬੰਧਨ ਕੀਨ। ਤੇ ਜਿੱਥੇ ਗੁਰੂ ਕਲਗੀਧਰ ਸਾਹਿਬ ਦਾ ਘਰ ਹੈ, ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ, ਇਹ ਦੋਵੇਂ ਸਿੱਖ ਭਾਈ ਜੈਤੇ ਨੂੰ ਮਿਲ ਕੇ ਤੇ ਇਥੋਂ ਸਾਧ ਸੰਗਤ ਜੀ ਵਾਪਸ ਆ ਗਏ ਅਨੰਦਪੁਰ ਸਾਹਿਬ, ਜਿੱਥੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਬੈਠੇ, ਮਾਤਾ ਗੁਜਰ ਕੌਰ, ਮਾਤਾ ਨਾਨਕੀ ਜੀ ਬੈਠੇ, ਮਹਾਰਾਜ ਦੇ ਪਾਸੇ ਦੋਵੇਂ ਸਿੱਖ ਆ ਗਏ ਹਨ। ਗੁਰ ਢਿਗ ਪਹੁੰਚ ਬੰਦਨਾ ਠਾਨੀ। ਗੁਰੂ ਕਲਗੀਧਰ ਸਾਹਿਬ ਦੇ ਕੋਲ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ, ਦੋਹਾਂ ਸਿੱਖਾਂ ਹੱਥ ਜੋੜੇ ਐ। ਬਰਨਿਓ ਦਿੱਲੀ ਕੇਰ ਬ੍ਰਿਤੰਤ। ਤੇ ਦੱਸ ਦਿੱਤਾ ਹੈ ਗੁਰੂਦੇਵ, ਗੁਰੂ ਕਲਗੀਧਰ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਚਾਲਾ ਮਾਰ ਗਏ ਤੇ ਜਿਹੜਾ ਸਿੱਖ ਭਾਈ ਜੈਤਾ ਤੁਸੀਂ ਭੇਜਿਆ ਸੀ ਦਿੱਲੀ, ਉਹ ਲਾਗੇ ਆ ਗਿਆ ਤੇ ਮਹਾਰਾਜ ਉਹਦੇ ਕੋਲ ਇੱਕ ਬਹੁਤ ਖੁੱਲੇ ਕੱਪੜੇ ਦੇ ਵਿੱਚ ਲਪੇਟਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆ ਰਿਹਾ ਹੈ। ਸੁਨ ਕਰ ਸੋਕ ਮਹਾਨ ਸਭ ਹੋਇ ਕਰ। ਇਹਨਾਂ ਵਚਨ ਸੁਣਦਿਆਂ ਸਾਰੀਆਂ ਸੰਗਤਾਂ ਜਿਹੜੀਆਂ ਬੜੀਆਂ ਸ਼ੋਕਮਾਨ ਹੋ ਗਈਆਂ, ਬੜਾ ਸੰਗਤਾਂ ਦੇ ਮਨ ਵਿੱਚ ਵਿਰਾਗ ਆਇਆ ਹੈ। ਨੀਰ ਬਿਲੋਚਨ ਤੇ ਨਿਚੁਰੰਤ। ਤੇ ਭਾਵੇਂ ਗੁਰੂ ਕਲਗੀਧਰ ਸਾਹਿਬ ਦਾ ਹੁਕਮ ਵੀ ਕਿਸੇ ਨੇ ਨਹੀਂ ਭਾਈ ਉਹ ਐਸਾ ਬਚਨ ਕਰਨਾ, ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰੇਮ ਸੀ ਸੰਗਤ ਨਾਲ, ਫੇਰ ਵੀ ਸੰਗਤਾਂ ਦੇ ਨੇਤਰਾਂ ਦੇ ਵਿੱਚੋਂ ਤ੍ਰਿਪ ਕਰਕੇ ਜਲ ਚੋਣ ਲੱਗ ਪਿਆ ਹੈ। ਸ੍ਰੀ ਗੋਬਿੰਦ ਸਿੰਘ ਬਰਜੇ ਸਗਰੇ। ਧੰਨ ਗੁਰੂ ਕਲਗੀਧਰ ਸਾਹਿਬ ਨੇ ਦੂਜੀ ਵਾਰ ਫੇਰ ਬੜੀ ਤਾੜਨਾ ਕਰਕੇ ਸਭ ਨੂੰ ਵਰਜ ਦਿੱਤਾ, ਖਾਲਸਾ ਜੀ ਖਬਰਦਾਰ ਸਾਧ ਸੰਗਤ ਜੀ, ਜੇ ਕਿਸੇ ਨੇ ਐਸਾ ਬਚਨ ਕਿਹਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਰ ਗਏ, ਮਾਰੇ ਕਹਿੰਦੇ ਐਸਾ ਬਚਨ ਨਹੀਂ ਕੋਈ ਸਿੱਖ ਆਖੇਗਾ। ਸਾਡੇ ਪਿਤਾ ਮਹਾਰਾਜ ਗੁਰੂਦੇਵ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ। ਜੋ ਗੁਰੂਦੇਵ ਕਰ ਗਏ ਉਹੀ ਪੂਰਾ, ਉਹੀ ਅਟਲ ਸਚਾਈ ਹੈ। ਤੋ ਮਹਾਰਾਜ ਨੇ ਤਾੜਨਾ ਕੀਤੀ ਵੀ ਕੋਈ ਵੀ ਐਸਾ ਸ਼ਬਦ ਨਹੀਂ ਮਨ ਵਿੱਚੋਂ ਮੁਖ ਚੋਂ ਕੱਢੇਗਾ। ਹਾਂ ਕੋਈ ਵਿਰਾਗ ਆਇਆ ਕਿਸੇ ਨੂੰ ਗੁਰਬਾਣੀ ਦਾ, ਵਿਰਾਗਮਈ ਸ਼ਬਦ ਗਾ ਲਓ। ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ, ਨਵੇਂ ਪਾਤਸ਼ਾਹ ਦੇ ਸ਼ਲੋਕ ਹੈ, ਇਹ ਬਾਣੀ ਪੜ੍ਹ ਲਓ। ਪਰ ਭਾਈ ਕੋਈ ਐਸਾ ਢਿੱਲਾ ਬਚਨ ਨਹੀਂ ਕਰੇਗਾ ਸਾਡੇ ਪਿਤਾ ਜੀ ਦੀ ਬਾਬਤ। ਤੋ ਗੁਰੂ ਕਲਗੀਧਰ ਸਾਹਿਬ ਨੇ ਸਭ ਨੂੰ ਸਖਤੀ ਨਾਲ ਵਰਜ ਦਿੱਤਾ ਹੈ ਜੀ। ਬ੍ਰਿੰਦ ਮਸੰਦਨ ਸੰਗ ਪਨੰਤ। ਫਿਰ ਮਹਾਰਾਜ ਨੇ ਜਿਹੜੇ ਮਸੰਦ ਸੀ, ਜਿਹੜੇ ਜ਼ਿੰਮੇਵਾਰ ਹੁੰਦੇ ਆ, ਉਹ ਸਾਰੇ ਮਸੰਦ ਜ਼ਿੰਮੇਵਾਰਾਂ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਨੇ ਕੋਲ ਸੱਦ ਕੇ ਤੇ ਹੁਕਮ ਕਰ ਦਿੱਤਾ ਹੈ। ਤਿਆਰੀ ਕਰਹੁ ਦਰਬ ਗਨ ਖਰਚਹੁ। ਮਹਾਰਾਜ ਕਹਿੰਦੇ ਸਿੱਖੋ, ਤੁਸੀਂ ਸਿਆਣੇ ਸਿੱਖੋ ਭਾਈ, ਪੁਰਾਣੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਸਾਂਭ ਰਹੇ ਹੋ, ਇੱਦਾਂ ਕਰੋ ਖੁੱਲੀ ਮਾਇਆ ਖਰਚ ਦਿਓ, ਕਾਫੀ ਜਿੰਨੀ ਮਾਇਆ ਲੱਗਦੀ ਹੈ ਖੁੱਲੀ ਮਾਇਆ ਖਰਚ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੰਸਕਾਰ ਦੀ ਤਿਆਰੀ ਕਰੋ ਜੀ। ਬਨਹ ਬਿਮਾਨ ਅਧਿਕ ਦਤਵੰਤ। ਜਿਸ ਬਿਬਾਨ ਦੇ ਵਿੱਚ ਸਾਡੇ ਪਿਤਾ ਦਾ ਸੀਸ ਆਉਣਾ ਹੈ, ਉਹ ਮਾਇਆ ਲਾ ਕੇ ਬਹੁਤ ਖੁੱਲਾ ਡੁੱਲਾ ਤੇ ਬੜਾ ਭਾਰੀ ਕੀਮਤੀ ਸੁੰਦਰ ਹੋਣਾ ਚਾਹੀਦਾ ਹੈ। ਕੰਚਨ ਪੁਸ਼ਪ ਆਦ ਸਭ ਕਰੀਹ। ਉਹਦੇ ਉੱਪਰ ਸੋਨੇ ਦੇ ਕਢਾ ਕੇ ਫੁੱਲ ਲੱਗੇ ਹੋਣੇ ਚਾਹੀਦੇ ਹੈ, ਜਿਹਦੇ ਉੱਪਰ ਸਾਡੇ ਸਤਿਗੁਰਾਂ ਦਾ ਸ਼ਹਾਦਤ ਵਾਲਾ ਸੀਸ ਉਹਦੇ ਉੱਪਰ ਜਿਹੜਾ ਸੁਭਾਏਮਣ ਹੋਣਾ ਹੈ ਜੀ। ਚੰਦਨ ਚਾਰ ਲਿਆਏ ਤਤਕਾਲ। ਫਿਰ ਹਜੂਰ ਪਿਤਾ ਦੇ ਸੀਸ ਦੇ ਸੰਸਕਾਰ ਵਾਸਤੇ ਸੋਹਣਾ ਸ਼ੁੱਧ 52 ਚੰਦਨ ਲਿਆਂਦਾ ਜਾਏ। ਚੰਦਨ ਦੇ ਕਾਫੀ ਭਾਰ ਲੱਕੜਾਂ ਇਕੱਠੀਆਂ ਕੀਤੀਆਂ ਜਾਣ। ਫੂਲਨ ਕੀ ਮਾਲਾ ਗਨ ਸਿਰਜਹੁ। ਤੇ ਫੁੱਲ ਲਿਆਓ ਤਾਜੇ ਤੋੜ ਕਰਕੇ, ਸੰਗਤਾਂ ਨੂੰ ਕਹੋ
ਕਿ ਫੁੱਲਾਂ ਦੀਆਂ ਮਾਲਾਂ ਗੁੰਦੀਆਂ ਜਾਣ ਕਾਫੀ ਤੋਂ ਕਾਫੀ। ਪਸ਼ਮ ਅੰਬਰ ਲਿਹੋ ਮੂਲ ਵਿਸਾਲ, ਪਸ਼ਮੀਨੇ ਦੇ ਜਿਹੜੇ ਰੇਸ਼ਮ ਦੇ ਸੋਹਣੇ ਸੋਹਣੇ ਦੁਸ਼ਾਲੇ ਹੋਰ ਜਿਹੜੇ ਕੋ ਕੀਮਤੀ ਬਸਤਰ ਹੈ ਉਹ ਤੋਸ਼ੇ ਖਾਨੇ ਖਜ਼ਾਨੇ ਵਿੱਚੋਂ ਬਾਹਰ ਕਢਾਏ ਜਾਣ ਜੀ। ਅਨੇਕ ਸੁਗੰਧਨ ਕਰਹੁ ਸਕੀਲਨ, ਤੇ ਫਿਰ ਚੰਦਨ ਦੀਆਂ, ਕੇਸਰ ਦੀਆਂ, ਗੁਲਾਬ ਦੀਆਂ, ਕੇਵੜੇ ਦੀਆਂ, ਹੋਰ ਕਈ ਤਰ੍ਹਾਂ ਦੀਆਂ ਕਵੀਆਂ ਫੁੱਲਾਂ ਦੀਆਂ ਸੁਗੰਧੀਆਂ ਅਤਰ ਜਿਹੜੇ ਹੈ ਉਹ ਝਟਪਟ ਤਿਆਰ ਕੀਤੇ ਜਾਣ ਜੀ, ਮੰਗਵਾਏ ਜਾਣ ਜੀ। ਜਬ ਤਿਲ ਕ੍ਰਿਤ ਸੰਚੀਅਹ ਜਾਲ, ਖੁਸ਼ਬੂ ਵਾਸਤੇ ਜੌਂ, ਤਿਲ, ਘਿਓ ਇਤਿਆਦਿਕ ਹੋਰ ਵਸਤੂਆਂ ਵੀ ਇਕੱਠੀਆਂ ਕਰ ਲਓ ਜੀ। ਸੁਨ ਗੁਰ ਹੁਕਮ ਪਠਾਏ ਨਰ ਗਨ, ਤੇ ਹੱਲਾ ਕਰ ਲਓ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਆ ਰਹੇ ਹੈ। ਇਹ ਸੁਣ ਕੇ ਗੁਰੂਦੇਵ ਗੁਰੂ ਕਲਗੀਧਰ ਸਾਹਿਬ ਤੋਂ ਤੇ ਜਿੰਨੇ ਸਿੱਖ ਸੀ ਕਮਰ ਕਸੇ ਕਰ ਲਏ ਤੇ ਹੱਲੇ ਨਾਲ ਮਹਾਰਾਜ ਪਾਤਸ਼ਾਹ ਦੇ ਅੰਤਮ ਕਿਰਿਆ ਦੀ ਤਿਆਰੀ ਕਰਨ ਲੱਗ ਪਏ ਹਨ। ਵੱਡੇ ਨਗਰ ਤੇ ਆਨਹੁ ਭਾਲ, ਤੇ ਕਿਉਂਕਿ ਉਦੋਂ ਹੁਣ ਆਨੰਦਪੁਰ ਸਾਹਿਬ ਵਸਿਆ ਨਵਾਂ ਹੀ ਸੀ ਖਾਲਸਾ ਜੀ, ਅਜੇ ਵੱਡਾ ਨਹੀਂ ਸੀ ਹੈ ਬਹੁਤਾ, ਰੋਪੜ ਪੁਰਾਣਾ ਸ਼ਹਿਰ ਸੀ ਉਦੋਂ ਵੀ। ਤੋ ਮਹਾਰਾਜ ਕਹਿੰਦੇ ਵੀ ਕੋਈ ਵੱਡਾ ਨਗਰ ਰੋਪੜ ਆਦਿਕ ਜਿਹੜਾ ਇਹੋ ਜਿਹੇ ਸ਼ਹਿਰਾਂ ਤੋਂ ਜਾ ਕੇ ਸਾਰਾ ਕੁਝ ਇਕੱਠਾ ਕਰੋ ਜੀ। ਦੋਹਰਾ ਇਮ ਤਿਆਰੀ ਸਤਿਗੁਰ ਕਰੀ, ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਦਾ ਹੁਕਮ ਹੋ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦੇ ਸੰਸਕਾਰ ਵਾਸਤੇ ਸਿੱਖਾਂ ਨੇ ਤਿਲ, ਜੌਂ, ਘਿਓ, ਸੁਗੰਧੀਆਂ ਫੁੱਲਾਂ ਦੀਆਂ ਅਤਰ, ਫੁੱਲਾਂ ਦੀਆਂ ਮਾਲਾ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ। ਕਈ ਮਣ ਭਾਰ ਚੰਦਨ ਦੀ ਲੱਕੜੀ ਜਿਹੜੀ ਉਹ ਹਾਜ਼ਰ ਕਰ ਲਈ ਅਨੰਦਪੁਰ ਸਾਹਿਬ। ਸਰਬ ਭਾਂਤ ਕੀ ਜੋਏ, ਜੋ ਕੁਝ ਚਾਹੀਦਾ ਹੁੰਦਾ ਹੈ ਉਹ ਸਾਰੀ ਤਿਆਰੀ ਗੁਰੂਦੇਵ ਮਹਾਰਾਜ ਦੇ ਸੰਸਕਾਰ ਵਾਸਤੇ ਹੋ ਰਹੀ ਹੈ। ਏਤ ਤੇ ਲੇਹ ਕੀਰਤਪੁਰੇ, ਉਧਰ ਖਾਲਸਾ ਜੀ ਭਾਈ ਜੈਤਾ ਜੀ ਦਿੱਲੀੋਂ ਤੁਰਿਆ ਤੇ ਜਿੱਥੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਹੈ ਪਹੁੰਚਿਓ ਗੁਰ ਸਿੱਖ ਸੋਏ, ਇੱਥੇ ਪਹੁੰਚ ਗਿਆ ਹੈ ਸ੍ਰੀ ਕੀਰਤਪੁਰ ਸਾਹਿਬ। ਇੱਥੇ ਸੰਗਤ ਜੀ ਜਿਵੇਂ ਕੁਝ ਪ੍ਰਸੰਗ ਜਿਹੜੇ ਨਹੀਂ ਆਏ ਤੋ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਭਾਈ ਜੈਤਾ ਜੀ ਨੇ ਜਦੋਂ ਇੱਥੋਂ ਦਿੱਲੀੋਂ ਪ੍ਰਾਪਤ ਕੀਤਾ, ਮਹਾਰਾਜ ਨੇ ਕਿਰਪਾ ਕੀਤੀ, ਝੋਲੀ ਪਾਇਆ ਤੇ ਤਰਾਵੜੀ ਸਾਹਿਬ ਆਪ ਜੀ ਦੇ ਦਰਸ਼ਨ ਕਰਦੇ ਹੋ ਲਾਗੇ। ਇਸ ਸਥਾਨ ਤੇ ਭਾਈ ਜੈਤਾ ਜੀ ਪਹੁੰਚੇ ਸਨਗੇ ਤੇ ਇਤਿਹਾਸਕਾਰ ਕੁਝ ਥਾਵਾਂ ਤੇ ਦਾ ਜ਼ਿਕਰ ਹੈ, ਬਹੁਤ ਥੋੜਾ ਜ਼ਿਕਰ ਮਿਲਦਾ ਹੂੰ। ਜਿਹੜੀਆਂ ਉੱਥੋਂ ਦੀਆਂ ਸੰਗਤਾਂ ਜਿਵੇਂ ਅੱਜ ਹੀ ਮੈਨੂੰ ਇੱਥੇ ਆਪ ਜੀ ਦੇ ਨਗਰ ਦੇ ਗੁਰਮੁਖ ਪਿਆਰੇ ਬਾਬਾ ਜੀ ਦੱਸ ਰਹੇ ਸਨਗੇ, ਕਹਿੰਦੇ ਅਸੀਂ ਉੱਥੇ ਰਹਿੰਦੇ ਰਹੇ ਹਾਂ। ਉੱਥੋਂ ਦੀ ਫਿਰ ਸਥਾਨਕ ਸੰਗਤ ਜਿਹੜੀ ਹੈ ਨਾ ਉਸ ਤਰਾਵੜੀ ਸਾਹਿਬ ਦੀ ਉਹਦੀ ਮੰਨਤ ਹੈ, ਉੱਥੇ ਜਿਹੜਾ ਇਤਿਹਾਸ ਪ੍ਰਚਲਿਤ ਹੈ। ਧੋਬੀ ਸੀ ਕੋਈ ਤੇ ਉਹਦੇ ਮਨ ਦੀ ਭਾਵਨਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਤੇ ਮੈਨੂੰ ਵੀ ਦਰਸ਼ਨ ਬਖਸ਼ਿਸ਼ ਕਰਨ। ਤੇ ਇੱਦਾਂ ਖਾਲਸਾ ਜੀ ਫਿਰ ਉਹ ਭਾਵਨਾ ਸੀ ਸਿੱਖ ਦੀ, ਸਤਿਗੁਰੂ ਸਾਹਿਬ ਦੀ ਭਾਵਨਾ ਪੂਰੀ ਕਰਦੇ ਕਰਦੇ ਆਗਰਿਓਂ ਸਤਿਗੁਰਾਂ ਗ੍ਰਿਫਤਾਰੀ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਫਿਰ ਮਹਾਰਾਜ ਨੇ ਚੋਲੇ ਸਾਕਾ ਵਰਤਾ ਦਿੱਤਾ। ਪਰ ਗੁਰੂ ਤੇਗ ਬਹਾਦਰ ਸਾਹਿਬ ਖਾਲਸਾ ਜੀ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਤਾਏ, ਸਭ ਥਾਈ ਹੋਏ ਸਹਾਏ। ਜਿਹੜਾ ਬਿਰਦ ਹੁੰਦਾ ਹੈ ਨਾ ਸਤਿਗੁਰਾਂ ਦਾ, ਉਹ ਖਾਲਸਾ ਜੀ ਮਹਾਰਾਜ ਸਰੀਰ ਤਾਂ ਆਪਣਿਆਂ ਵਾਸਤੇ ਹੁੰਦੇ ਆ ਜਿਹੜੇ ਆਪਣੇ ਵਰਗੇ ਆ, ਪਰਮੇਸ਼ਰ ਨੂੰ ਤਾਂ ਠੀਕ ਹੈ ਮਨੁੱਖ ਦੀ ਮਰਿਆਦਾ ਹੁੰਦੀ ਹੈ, ਜਿਹੜਾ ਮਨੁੱਖ ਜਾਮੇ ਚਾਹੂ ਉਹਨੂੰ ਮਨੁੱਖ ਵਾਂਗੂ ਵਰਤਾਰਾ ਰੱਖਣਾ ਪੈਂਦਾ, ਜਨਮ ਮਰਨ ਵੀ ਹੁੰਦਾ। ਪਰ ਵਾਸਤਵ ਦੇ ਵਿੱਚ ਪਰਮੇਸ਼ਰ ਖਾਲਸਾ ਜੀ ਇਹਨਾਂ ਬੰਧਨਾਂ ਤੋਂ ਮੁਕਤਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਮਹਾਰਾਜ ਸਭ ਦੀ ਭਾਵਨਾ ਕਾਮਨਾ ਪੂਰੀ ਕਰਦੇ ਹੈ। ਇਹ ਨਹੀਂ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਖਾਲਸਾ ਜੀ ਤੇ ਹੁਣ ਨਹੀਂ ਸੰਗਤਾਂ ਕਿਤੇ ਅਰਦਾਸਾਂ ਕਰਦੀਆਂ ਆਪ ਜੀ ਦੁੱਖ ਨਿਵਾਰਨ ਸਾਹਿਬ ਜਾਓ ਅਰਦਾਸ ਕਰੋ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ, ਤੇ ਹੁਣ ਨਹੀਂ ਸੁਣਦੇ। ਹੁਣ ਕਿੰਨੀਆਂ ਅਰਦਾਸਾਂ ਕਿੰਨੀਆਂ ਸੰਗਤਾਂ ਜੁੜਦੀਆਂ, ਮਹਾਰਾਜ ਨਾਵੇਂ ਪਾਤਸ਼ਾਹ ਦੇ ਸੀਸਗੰਜ ਚਲ ਜਾਓ, ਰਕਾਬਗੰਜ ਸਾਹਿਬ ਚਲ ਜਾਓ, ਸਭ ਪਾਸੇ ਜੈ ਜੈਕਾਰ ਆ ਗੁਰੂ ਤੇਗ ਬਹਾਦਰ ਸਾਹਿਬ। ਹੁਣ ਨਹੀਂ ਸਹਾਈ ਹੁੰਦੇ ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਮਹਾਰਾਜ ਸਦਾ ਹਾਜ਼ਰ ਨਾਜ਼ਰ ਹੈ, ਹਾਜ਼ਰਾ ਹਜੂਰ ਜਹਰਾ ਜਹੂਰ ਹਨਗੇ। ਤੋ ਉਹ ਸਿੱਖ ਦੀ ਭਾਵਨਾ ਰਹਿ ਗਈ ਸੀ ਵਿੱਚ ਹੀ ਵੀ ਮਹਾਰਾਜ ਮੈਨੂੰ ਦਰਸ਼ਨ ਬਖਸ਼ਿਸ਼ ਕਰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਜਦੋਂ ਭਾਈ ਜੈਤਾ ਜੀ ਸਾਧ ਸੰਗਤ ਜੀ ਸੀਸ ਲੈ ਕੇ ਆਏ ਹੈ, ਚਲੋ ਇੱਥੋਂ ਵੀ ਇਤਿਹਾਸ ਅਸੀਂ ਹੋਰ ਵੀ ਇੱਕ ਦੋ ਗੁਰਮੁਖਾਂ ਤੋਂ
ਇਹ ਇਤਿਹਾਸ ਸੁਣਾਉਂਦੇ, ਕਹਿੰਦੇ ਝੱਖੜ ਵਗਦੇ ਵਿੱਚ ਭਾਈ ਜੈਤਾ ਜੀ ਨੇ ਰਾਹ ਹੋਰ ਲੰਘਣਾ ਸੀ ਤੇ ਭੁੱਲਦੇ ਭਟਕਦੇ ਜਦੋਂ ਹਨੇਰ ਵਗਿਆ ਤੇ ਜਿੱਥੇ ਤਰਾਵੜੀ ਸਾਹਿਬ ਦੇ ਹੁਣ ਸਥਾਨ ਹੈ, ਭਾਈ ਜੈਤਾ ਜੀ ਲੀਹ ਭਟਕੇ ਤੇ ਉਧਰ ਨੂੰ ਹੋ ਗਏ ਸਨ ਜਿੱਥੇ ਉਹ ਧੋਬੀ ਦਾ ਘਰ ਸੀਗਾ। ਤੇ ਬਸ ਡਰ ਵੀ ਸੀ ਵੀ ਹਕੂਮਤ ਲੱਭਦੀ ਫਿਰਦੀ ਹੈ। ਤੇ ਉਹ ਜਦੋਂ ਵੇਖਿਆ ਵੀ ਝੱਲਾਂ ਦੇ ਵਿੱਚ ਕੌਣ ਹੈ, ਉਹ ਜਦੋਂ ਵੇਖਿਆ ਉਹ ਗੁਰਮੁਖ ਪਿਆਰੇ ਉਹ ਧੋਬੀ ਸਿੱਖ ਨੇ ਵੀ ਕੌਣ ਹੈ, ਤੇ ਸਿਆਣਿਆਂ ਜਾਂਦੇ ਆਉਂਦੇ ਸੀ ਇੱਥੇ ਆਨੰਦਪੁਰ ਸਾਹਿਬ, ਇਹਨਾਂ ਵੇਖਿਆ ਵੀ ਇਹ ਤਾਂ ਉਹ ਸਿੱਖ ਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕਿਉਂਕਿ ਭਾਈ ਜੈਤਾ ਜੀ ਬੜੇ ਪੁਰਾਣੇ ਸਿੱਖ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੌਰ ਬਰਦਾਰ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਜੈਤਾ ਜੀ। ਤੇ ਜਿਹੜਾ ਚੌਰ ਸਾਹਿਬ ਕਰਦਾ ਹੁੰਦਾ ਜਦੋਂ ਮਰਨ ਨੂੰ ਮੱਥਾ ਸੰਗਤ ਟੇਕਦੀ ਤੇ ਚੌਰ ਬਰਦਾਰ ਨਿਗਾਹ 'ਚ ਹੀ ਹੁੰਦਾ ਸੰਗਤ ਦੇ। ਉਹ ਧੋਬੀ ਸਿੱਖ ਨੂੰ ਪਤਾ ਸੀ ਵੀ ਇਹ ਤਾਂ ਜਦੋਂ ਇਹ ਲੁਕਦੇ ਫਿਰੇ ਨਾ ਭਾਈ ਜੈਤਾ ਜੀ ਕੋਲ ਸੀ ਇਹ ਤਾਂ ਆਪਦੇ ਪਾਲੇ ਤੋਂ ਡਰਦੇ ਸੀ। ਜਦੋਂ ਧੋਬੀ ਸਿੱਖ ਨੇ ਵੇਖਿਆ ਵੀ ਇਹ ਕਿਹੜਾ ਲੁਕਦਾ ਫਿਰਦਾ, ਉਹ ਸਿਆਣੇ ਉਹ ਕਹਿੰਦੇ ਉਹ ਭਾਈ ਜੈਤਿਆ ਤੂੰ ਓਏ, ਉਹ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਬੇਨਤੀ ਕੀਤੀ, ਉਹ ਤੂੰ ਆਨੰਦਪੁਰ ਸਾਹਿਬ ਰਹਿਣਾ, ਤੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬੇਨਤੀ ਕਰਦੇ ਵੀ ਮਹਾਰਾਜ ਮੇਰੇ ਘਰ ਆ ਜਾਣ, ਵੀ ਸਾਰੀਆਂ ਸੰਗਤਾਂ ਨੂੰ ਸੁਣਿਆ ਗੁਰੂ ਤੇਗ, ਕਿਉਂਕਿ ਇਸ ਸਿੱਖ ਨੂੰ ਪਤਾ ਨਹੀਂ ਸੀ ਧੋਬੀ ਸਿੱਖ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਸੱਚਖੰਡ ਚਾਲਾ ਮਾਰ ਗਏ। ਇਹਨੇ ਆਖਿਆ ਵੀ ਤੂੰ ਆਨੰਦਪੁਰ ਸਾਹਿਬ ਰਹਿਣਾ ਭਾਈ ਜੈਤਿਆ, ਮੈਂ ਅੱਗੇ ਵੀ ਤੈਨੂੰ ਆਖਿਆ ਵੀ ਮਹਾਰਾਜ ਨੂੰ ਕਿਤੇ ਕਰਾ ਯਾਦ ਵੀ ਮੇਰੇ ਵੀ ਘਰ ਨੂੰ ਸੱਚੇ ਪਾਤਸ਼ਾਹ ਭਾਗ ਲਾ ਦੇਣ ਤੇ ਕਿਰਪਾ ਕਰ ਦੇਣ ਮਹਾਰਾਜ ਵੀ ਮੇਰੀ ਵੀ ਕੁੱਲੀ ਨੂੰ ਸੱਚੇ ਪਾਤਸ਼ਾਹ ਦੇ ਚਰਨ ਪ੍ਰਾਪਤ ਹੋ ਜਾਣ। ਜਦੋਂ ਇਹ ਬਚਨ ਕਹੇ ਨਾ ਧੋਬੀ ਨੇ ਤੇ ਭਾਈ ਜੈਤਾ ਝਲਾਂ ਚੋਂ ਬਾਹਰ ਆ ਗਿਆ ਝਾੜਾਂ ਚੋਂ ਤੇ ਗਾਂਹ ਹੋ ਕੇ ਆਖਿਆ ਗੁਰਮੁਖਾ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਗਏ। ਤੇ ਸੀਸ ਤਾਂ ਸਿਰ ਤੇ ਸੀ, ਉਸ ਧੋਬੀ ਸਿੱਖ ਵੇਂਦਾ ਪਿੱਛੇ ਕਹਿੰਦਾ ਕਿੱਥੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਉਹ ਕਹਿੰਦਾ ਭਾਈ ਜੈਤਾ ਕਹਿੰਦਾ ਆ ਗਏ ਆ ਗੁਰੂ ਤੇਗ ਬਹਾਦਰ ਸਾਹਿਬ ਜੀ, ਚੱਲ ਤੈਨੂੰ ਦੱਸਾਂ ਵੀ, ਕਿਉਂਕਿ ਬਾਹਰ ਡਰ ਸੀ। ਦਰਵਾਜ਼ਾ ਖੋਲ੍ਹਿਆ, ਘਰ ਕਹਿੰਦੇ ਪਲੰਘਾ ਵਿਛਾਓ, ਜਦੋਂ ਆਸਣ ਲਾਇਆ ਤੇ ਸੀਸ ਉੱਪਰੋਂ ਲਾਹ ਕੇ ਨਾ ਖਾਲਸਾ ਜੀ ਆਪਣੇ ਸੀਸ ਦੇ ਉੱਪਰੋਂ ਮਹਾਰਾਜ ਦਾ ਕੱਪੜੇ ਬਸਤਰ 'ਚ ਲਪੇਟਿਆ, ਉਹ ਆਸਣ 'ਤੇ ਰੱਖ ਕੇ ਜਦੋਂ ਪ੍ਰਕਾਸ਼ ਕੀਤਾ ਤੇ ਉਹ ਧੋਬੀ ਸਿੱਖ ਦੀਆਂ ਭੁੱਬਾਂ ਨਿਕਲ ਗਈਆਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸਰੂਪ ਵੇਖ ਕੇ, ਕਿਉਂਕਿ ਇੱਛਾ ਸੀ ਇਹ ਧੋਬੀ ਸਿੱਖ ਦੀ ਵੀ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਘਰ ਆਉਣ। ਫਿਰ ਅਰਦਾਸ ਕਰਦਾ ਰੋਂਦਾ ਕਹਿੰਦਾ ਮਹਾਰਾਜ ਮੈਂ ਸੁਣਿਆ ਸੀ ਵੀ ਆਪ ਜੀ ਕਿਸੇ ਦੀ ਇੱਛਾ ਭਾਵਨਾ ਕਾਮਨਾ ਖਾਲੀ ਨਹੀਂ ਜਾਣ ਦਿੰਦੇ, ਪਰ ਮੈਂ ਸੋਚਿਆ ਨਹੀਂ ਸੀ ਵੀ ਆਪ ਜੀ ਮੇਰੇ ਘਰ ਵਿੱਚ ਇਸ ਰੂਪ ਵਿੱਚ ਆਓਗੇ। ਚਲੋ ਮਹਾਰਾਜ ਜਿਵੇਂ ਵੀ ਆਪ ਜੀ ਆਏ, ਪਰ ਇਹ ਸਿੱਧ ਹੋ ਗਿਆ ਵੀ ਤੁਸੀਂ ਸਦਾ ਹਾਜ਼ਰ ਨਾਜ਼ਰ ਹੋ। ਸੱਚਖੰਡ ਜਾਣ ਤੋਂ ਬਾਅਦ ਵੀ ਸਿੱਖ ਦੇ ਕੀਤੀ ਅਰਦਾਸ ਤੇ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਜਦੋਂ ਇਹ ਧੋਬੀ ਸਿੱਖ ਕਿਤੇ ਦਰਸ਼ਨ ਕਰਨ ਜਾਂਦਾ ਸੀ ਤੇ ਮਹਾਰਾਜ ਨੂੰ ਕਹਿੰਦਾ ਸੀ ਮਹਾਰਾਜ ਆਓ, ਮਹਾਰਾਜ ਕਹਿੰਦੇ ਆਵਾਂਗੇ ਕਦੇ। ਇਹ ਬਚਨ ਮਹਾਰਾਜ ਨੇ ਕਿਹਾ ਹੋਇਆ ਸੀ ਤੇ ਸਤਿਗੁਰੂ ਸੱਚਖੰਡ ਚਾਲਾ ਪਾ ਗਏ ਤੇ ਸੀਸ ਮਹਾਰਾਜ ਦਾ ਵੇਖੋ ਕਿ ਵਿਧੀ ਨਾਲ ਹੀ ਉਹ ਭਾਈ ਜੈਤਾ ਜੀ ਦੀ ਕੋਈ ਮਨਸਾ ਨਹੀਂ ਸੀ ਇੱਧਰ ਦੀ ਆਣੇ ਦੀ। ਚਲੋ ਹੋ ਸਕਦਾ ਮੈਂ ਗਲਤ ਹੋਵਾਂ, ਪਰ ਖਾਲਸਾ ਜੀ ਇੱਦਾਂ ਜਿਵੇਂ ਆਪਦੇ ਮਨ ਨੂੰ ਕੁਝ ਜਾਂ ਜਿਵੇਂ ਇਤਿਹਾਸ ਮਹਾਂਪੁਰਖਾਂ ਤੋਂ ਅਸੀਂ ਸੰਪਰਦਾ 'ਚ ਰਹਿ ਕੇ ਤੇ ਵਿੱਦਿਆ ਦਾਤਿਆਂ ਤੋਂ ਸੁਣਿਆ ਉਸ ਤਰ੍ਹਾਂ ਆਪ ਜੀ ਨੂੰ ਮੈਂ ਸੁਣਾ ਰਿਹਾ। ਤੇ ਜਦੋਂ ਫਿਰ ਉਹ ਧੋਬੀ ਸਿੱਖ ਨੇ ਪ੍ਰਕਾਸ਼ ਮਹਾਰਾਜ ਦੇ ਸਰੂਪ ਵੇਖੇ, ਸੀਸ ਵੇਖਿਆ ਤੇ ਭੁੱਬਾਂ ਮਾਰੀਆਂ ਤੇ ਫਿਰ ਉਹ ਪਤਨੀ ਉਹਦੀ ਕਹਿੰਦੇ ਸਾਰੀ ਰਾਤ ਪੱਖਾ ਚੱਲਦੀ ਰਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉੱਦਾਂ ਹੀ ਸੀਸ ਨੂੰ, ਤੇ ਬੜੀ ਭਾਵਨਾ ਜਤਾਈ। ਮਹਾਰਾਜ ਵੀ ਇਹ ਸਿੱਧ ਹੋ ਗਿਆ ਵੀ ਆਪ ਜੀ ਜਿਹੜਾ ਬਚਨ ਕਰਦੇ ਹੋ ਸੂਰਬੀਰ ਬਚਨ ਕੇ ਬਲੀ, ਆਪ ਜੀ ਪੂਰੇ ਹੋ ਤੇ ਪੂਰੇ ਸਤਿਗੁਰੂ ਦਾ ਕੀਤਾ ਬਚਨ ਵੀ ਪੂਰਾ ਹੈ। ਜੇ ਆਪ ਨੇ ਆਖਿਆ ਆਵਾਂਗੇ ਤੇ ਚਾਹੇ ਸ਼ਹੀਦ ਹੋ ਗਏ। ਮਹਾਰਾਜ ਭਾਈ ਜੈਤੇ ਦੇ ਸੀਸ ਦੀ ਸਵਾਰੀ ਕਰਕੇ ਇਕੱਲਾ ਸੀਸ ਆਇਆ, ਪਰ ਮਹਾਰਾਜ ਆਪ ਜੀ ਮੇਰੇ ਸਿੱਖ ਦੇ ਘਰ ਆਏ, ਉਹ ਭਾਗ ਲਾਇਆ। ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀ ਦਾ। ਇੱਦਾਂ ਸੰਗਤ ਜੀ ਫਿਰ ਨਾਲ ਦੱਸਦੇ ਜੁਲਾਹਿਆਂ ਦਾ ਘਰ ਸੀਗਾ, ਖੱਡੀਆਂ ਬੁਣਦੇ ਤੇ ਚਾਦਰਾ ਬੜਾ ਵੱਡਾ ਬੁਣੀ ਬੈਠੇ ਸੀ ਉਹ ਪਰਿਵਾਰ। ਉਹਨਾਂ ਦੀ ਇੱਛਾ ਸੀ ਵੀ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾਈਏ ਆਨੰਦਪੁਰ ਸਾਹਿਬ ਜਾਂ ਕਿਤੇ ਮਹਾਰਾਜ ਦੇ ਦਰਸ਼ਨ ਹੋ ਜਾਣ ਤੇ ਅਸੀਂ ਇਹ ਚਾਦਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਭੇਟ ਕਰਾਂਗੇ। ਤੇ ਉਹ ਸਾਧ ਸੰਗਤ ਜੀ ਉਹ ਚਾਦਰਾ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਗਵਾਂਢ ਮਹਾਰਾਜ ਦਾ ਸੀਸ ਆ ਗਿਆ ਉਹ ਧੋਬੀ ਸਿੱਖ ਦੇ ਘਰ, ਉੱਧਰ ਪਤਾ ਲੱਗਿਆ ਤੇ ਉਹਨਾਂ ਸੰਦੂਖੜੀ ਵਿੱਚੋਂ ਫਿਰ ਜਿਹੜਾ ਬਸਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਸੁਖਣਾ ਦਾ ਰੱਖਿਆ ਹੋਇਆ ਸੀ, ਖੇਸ ਕਹੋ ਬਸਤਰ ਕਹੋ, ਉਹ ਕੱਢ ਕੇ ਸਾਧ ਸੰਗਤ ਜੀ ਉਹ ਪਰਿਵਾਰ ਨੇ ਫਿਰ ਇੱਧਰ ਉਸ ਜਿਹੜਾ ਮਹਾਰਾਜ ਨੂੰ ਭੇਟ ਕਰਨਾ ਸੀ, ਫਿਰ ਮਹਾਰਾਜ ਦੀ ਭੇਟਾ ਆਇਆ ਉਹ ਬਸਤਰ ਦੇ ਵਿੱਚ ਭਾਈ
ਜੈਤਾ ਜੀ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਫਿਰ ਹੋਰ ਸੁਖਾਸਨ ਕੀਤਾ, ਕਿਉਂਕਿ ਖੂਨ ਚੋਣ ਦੇ ਨਾਲ ਪਹਿਲਾ ਬਸਤਰ ਜਿਹੜਾ ਲੱਥਪੱਥ ਹੋ ਚੁੱਕਾ ਸੀ, ਤੇ ਉਸ ਬਸਤਰ ਜਿਹੜਾ ਕਿਸੇ ਨੇ ਸੁੱਖਿਆ ਸੀ ਵੀ ਮਹਾਰਾਜ ਕਿਤੇ ਆਉਣ ਤੇ ਅਸੀਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਂਟ ਕਰੀਏ, ਉਹ ਬਸਤਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਰੀਸ ਦਾ ਸੁਖਾਸਨ ਖਾਲਸਾ ਜੀ ਉਸ ਬਸਤਰ ਵਿੱਚ ਹੋਇਆ। ਉੱਥੇ ਦੋਵੇਂ ਸਥਾਨ ਜਿਵੇਂ ਅੱਜ ਇੱਥੋਂ ਨਗਰ ਦੀ ਬਾਬਾ ਜੀ ਨੇ ਦੱਸਿਆ ਮੈਨੂੰ, ਤੇ ਉਹ ਦੋਵੇਂ ਸਥਾਨ ਹੀ ਕਹਿੰਦੇ ਤਰਾਵੜੀ ਸਾਹਿਬ ਮੈਂ ਤਾਂ ਨਹੀਂ ਦਰਸ਼ਨ ਕੀਤੇ, ਚਲੋ ਆਪ ਜੀ ਦਾ ਇਲਾਕਾ ਤੁਸੀਂ ਉਹ ਦਰਸ਼ਨ ਕੀਤੇ ਹੋਣਗੇ। ਉਹ ਦੋਵੇਂ ਸਥਾਨ ਮਹਾਰਾਜ ਦੇ ਸੁੰਦਰ ਬਣੇ ਹੋਏ ਆ। ਰਹੋ ਵਿਚਾਰ ਖਾਲਸਾ ਜੀ, ਇਹ ਪ੍ਰਸੰਗ ਨਹੀਂ ਆਏ, ਹੋਰ ਵੀ ਕਈ ਥਾਈਂ ਭਾਈ ਜੈਤਾ ਜੀ ਠਹਿਰਦੇ ਆਏ ਹੋਣਗੇ, ਤੇ ਪਰ ਗੁਪਤ ਰੱਖੀ ਗਈ ਸੀ ਭਾਈ ਜੈਤੇ ਵੱਲੋਂ, ਕਿਉਂਕਿ ਹਕੂਮਤ ਮਗਰ ਲੱਗੀ ਹੋਈ ਸੀ, ਗੁਰੂ ਕੇ ਸੀਸ ਦੀ ਤਲਾਸ਼ ਹੋ ਰਹੀ ਸੀ, ਤਾਂ ਚਲੋ ਹੱਲੇ ਨਾਲ ਇੱਥੇ ਸ੍ਰੀ ਅਨੰਦਪੁਰ ਸਾਹਿਬ ਆਉਣ ਦੀ ਕੋਸ਼ਿਸ਼ ਕੀਤੀ ਹੈ। ਤੋ ਭਾਈ ਜੈਤਾ ਜੀ ਸ੍ਰੀ ਕੀਰਤਪੁਰ ਸਾਹਿਬ ਇੱਦਾਂ ਪਹੁੰਚੇ ਹੈ, ਤੇ ਉਧਰ ਗੁਰੂ ਕਲਗੀਧਰ ਸਾਹਿਬ ਜੀ ਨੇ ਪੂਰਾ ਤਿਆਰਾ ਕਰਵਾ ਦਿੱਤਾ ਹੈ। ਖਬਰ ਉੱਥੇ ਪਹੁੰਚ ਗਈ, ਦੋ ਸਿੱਖਾਂ ਦੱਸ ਦਿੱਤਾ ਹੈ ਵੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਰੂਪ ਪਹਿਲਾਂ ਕੀਰਤਪੁਰ ਸਾਹਿਬ ਆਏਗਾ, ਤਾਂ ਮਹਾਰਾਜ ਨੇ ਪੂਰੀ ਤਿਆਰੀ ਸੰਸਕਾਰ ਦੀ ਕਰਵਾ ਦਿੱਤੀ ਹੈ ਜੀ। ਦੋਹਰਾ ਗੁਜਰੀ ਜੋਤ ਸ੍ਰੀ ਨਾਨਕੀ, ਇਧਰ ਧੰਨ ਮਾਤਾ ਗੁਜਰ ਕੌਰ ਜੀ ਤੇ ਧੰਨ ਮਾਤਾ ਨਾਨਕੀ ਜੀ। ਤਿੰਨ ਢਿਗ ਸਤਿਗੁਰ ਜਾਏ, ਸਤਿਗੁਰੂ ਕਲਗੀਧਰ ਸਾਹਿਬ ਜੀ ਆਪਣੇ ਮਾਤਾ ਤੇ ਦਾਦੀ ਮਾਤਾ ਮਾਤਾ ਨਾਨਕੀ ਜੀ ਦੇ ਕੋਲ ਘਰ ਵਿੱਚ ਜਾ ਪਹੁੰਚੇ ਹਨ। ਕੇਤ ਸੰਸਕਾਰ ਹੈ ਗੁਰੂ ਸਿਰ, ਫਿਰ ਮਹਾਰਾਜ ਨੇ ਬੇਨਤੀ ਕੀਤੀ, ਵੱਡਿਆਂ ਦੀ ਸਲਾਹ ਲਈ। ਗੁਰੂ ਕਲਗੀਧਰ ਸਾਹਿਬ ਕਹਿੰਦੇ ਦਾਦੀ ਮਾਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਆ ਰਿਹਾ, ਤੇ ਖਬਰ ਆ ਗਈ ਵੀ ਪਿਤਾ ਜੀ ਦਾ ਸੀਸ ਜਿਹੜਾ ਉਹ ਪਹਿਲਾਂ ਕੀਰਤਪੁਰ ਸਾਹਿਬ ਪਹੁੰਚੇਗਾ। ਆਪ ਜੀ ਦਾ ਕੀ ਫੁਰਨਾ ਹੈ ਦਾਦੀ ਮਾਂ, ਤੁਹਾਡੇ ਪੁੱਤਰ ਆ, ਸਾਡੇ ਪਿਤਾ ਬਾਅਦ 'ਚ ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਸੀਂ ਬੜੇ ਸਤਿਗੁਰਾਂ ਦੀ ਸੰਗਤ ਕੀਤੀ ਹੈ, ਆਪ ਜੀ ਦੱਸੋ ਦਾਦੀ ਮਾਂ ਕਿ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਕਿੱਥੇ ਸੰਸਕਾਰ ਕਰਨਾ ਹੈ। ਬੂਝਿਓ ਜਿਮ ਬਨ ਆਏ, ਵੀ ਜਿਵੇਂ ਬਣ ਆਏ, ਫਿਰ ਤੁਸੀਂ ਦੱਸੋ ਵੀ ਕੋਈ ਕੱਲ ਨੂੰ ਆਖੇ ਨਾ ਵੀ ਅਸੀਂ ਨਿਆਣ ਮਤ ਵਿੱਚ ਕੀਤਾ ਜਾਂ ਜੋ ਵੀ, ਤੇ ਆਪ ਵੱਡੇ ਹੋ ਮਾਤਾ ਜੀ, ਦੱਸੋ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ। ਸਵਈਆ ਬਿੰਦ ਮਸੰਦ ਕਹਿਓ ਕਰ ਬੰਦ, ਤੇ ਮਾਤਾ ਜੀ ਤਾਂ ਨਾਮ ਬੋਲੇ, ਮਾਤਾ ਨਾਨਕੀ ਮਾਤਾ ਗੁਜਰ ਕੌਰ, ਜਿਹੜੇ ਮਸੰਦ ਸਿੱਖ ਸੀ ਬੜੇ ਪੁਰਾਣੇ ਗੁਰੂ ਘਰ ਵਿੱਚ ਸੇਵਾ ਕਰਦੇ, ਉਹਨਾਂ ਹੱਥ ਜੋੜੇ ਤੇ ਗੁਰੂ ਕਲਗੀਧਰ ਸਾਹਿਬ ਨੂੰ ਕਹਿਣ ਲੱਗੇ ਆ, ਗੁਰੂ ਹਰ ਗੋਬਿੰਦ ਜੀ ਸੰਸਕਾਰੇ, ਆਖਿਆ ਹੈ ਗੁਰੂ ਕਲਗੀਧਰ ਸਾਹਿਬ ਜੀ ਉੱਥੇ ਸੰਸਕਾਰ ਕਰਨਾ ਚਾਹੀਦਾ ਹੈ ਜਿੱਥੇ ਤੁਹਾਡੇ ਦਾਦੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੋਇਆ ਹੈ, ਪਤਾਲਪੁਰੀ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ। ਤਾਂ ਦਿਨ ਤੇ ਗਨ ਸੋਢਿਨ ਬੰਸ, ਜਦੋਂ ਤੋਂ ਤੁਹਾਡੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋਇਆ ਨਾ ਕੀਰਤਪੁਰ ਸਾਹਿਬ, ਉਸ ਦਿਨ ਤੋਂ ਬਾਅਦ ਤੁਹਾਡੀ ਅੰਸ ਬੰਸ ਦੇ ਗਾਂ ਜਿੰਨੇ ਵੀ ਸੋਢੀ ਹੋਏ ਸੂਰਜਮਲ ਗੁਰੂ ਹਰ ਰਾਏ ਸਾਹਿਬ ਬਾਬਾ ਗੁਰਦਿੱਤਾ ਜੀ, ਤੁਹਾਡੇ ਅਗਲੇ ਸਾਰੇ ਪਰਿਵਾਰਾਂ ਦਾ ਸੰਸਕਾਰ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਆਇਆ ਹੈ। ਸਭਾਪੁਰ ਕੀਰਤ ਕੇਰ ਮਝਾਰੇ, ਸਭ ਦੇ ਸੰਸਕਾਰ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੁੰਦੇ ਆਏ ਹਨ। ਜਿਉ ਮਰਜੀ ਅਬ ਰਾਵਰ ਕੀ, ਬਾਕੀ ਹੁਣ ਆਪ ਜੀ ਦੀ ਮਰਜ਼ੀ ਹੈ ਮਹਾਰਾਜ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਜੀ। ਕਰੀਏ ਤਿਮ ਆਛਿ ਬੁੱਧ ਵਿਚਾਰੇ, ਵੀ ਤੁਹਾਡੇ ਤੁਸੀਂ ਸਿਆਣੇ ਹੋ, ਜਿਵੇਂ ਆਪ ਜੀ ਦੀ ਬੁੱਧ ਵਿਚਾਰ ਹੈ, ਜੋ ਆਪ ਜੀ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰ ਲਵੋ ਜੀ। ਸ੍ਰੀ ਗੁਜਰੀ ਸੁਨ ਕੈ ਤਿਨ ਤੇ ਨਹ, ਜਦੋਂ ਇਹ ਨਿਰਣਾ ਹੋ ਰਿਹਾ ਵੀ ਹੁਣ ਕੀਰਤਪੁਰ ਸਾਹਿਬ ਸੰਸਕਾਰ ਕਰਨਾ ਸੀਸ ਦਾ, ਤੇ ਮਾਤਾ ਗੁਜਰੀ ਕੌਰ ਮਾਤਾ ਗੁਜਰ ਕੌਰ ਜੀ ਮਾਤਾ ਜੀ ਸੁਣ ਕੇ ਬੋਲੇ ਹਨ, ਮਾਨਤ ਭੀ ਮੁਖ ਬਾਕ ਉਚਾਰੇ, ਨਹਿ ਮਾਨਤ ਭੀ, ਮਾਤਾ ਗੁਜਰ ਕੌਰ ਜੀ ਨਹੀਂ ਮੰਨੇ ਕੀਰਤਪੁਰ ਸਾਹਿਬ ਸੰਸਕਾਰ ਕਰਨ ਨੂੰ, ਮਾਤਾ ਗੁਜਰ ਕੌਰ ਜੀ ਨਾ ਮੰਨਦੇ ਤੇ ਮਾਤਾ ਜੀ ਮੁਖੋਂ ਬੋਲੇ ਹਨ, ਔਰਨ ਕੋ ਨਾ ਰਚਿਓ ਪੁਰ ਕੋ, ਮਾਤਾ ਜੀ ਕਹਿੰਦੇ ਭਾਈ ਵੇਖੋ ਹੁਣ ਤੱਕ ਕੀਰਤਪੁਰ ਸਾਹਿਬ ਸੰਸਕਾਰ ਹੁੰਦੇ ਰਹੇ ਆ ਸਾਰਿਆਂ ਦੇ, ਉਹ ਤਾਂ ਹੁੰਦੇ ਰਹੇ ਆ ਕਿਉਂਕਿ ਉਹਨਾਂ ਨੇ ਗਾਂ ਆਪਦਾ ਕੋਈ ਨਗਰ ਨਹੀਂ ਬਣਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਤੱਕ ਕੀਰਤਪੁਰ ਸਾਹਿਬ ਬਣਿਆ, ਉਸ ਤੋਂ ਬਾਅਦ ਕਿਸੇ ਸੋਢੀ ਨੇ ਕੋਈ ਨਵਾਂ ਨਗਰ ਆਪਦਾ ਨਹੀਂ ਵਸਾਇਆ ਹੈ ਸੀ। ਇਸ ਕਾਰਨ ਤੇ ਤਹ ਲਿਹ ਸੰਸਕਾਰੇ, ਇਸ ਕਰਕੇ ਫਿਰ ਉਹਨਾਂ ਦੇ ਸੰਸਕਾਰ ਕੀਰਤਪੁਰ ਸਾਹਿਬ ਹੁੰਦੇ ਰਹੇ ਹੈ, ਕਿਉਂਕਿ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਵਸਾ ਦਿੱਤਾ। ਉਸ ਤੋਂ ਬਾਅਦ ਕਿਸੇ ਸੋਢੀ ਨੇ ਵੀ ਆਪਦਾ ਕੋਈ ਨਵਾਂ ਨਗਰ ਨਹੀਂ ਵਸਾਇਆ, ਤਾਂ ਕਰਕੇ ਸਾਰੇ ਸੋਢੀ ਸਭ ਦੇ ਸੰਸਕਾਰ ਜਿਹੜੇ ਉਹ ਕੀਰਤਪੁਰ ਸਾਹਿਬ ਕਰਦੇ ਰਹੇ ਐ। ਇਹ ਜਿਸ ਕਾਹਲ ਲਈ ਗੁਰਤਾ ਤਜ, ਪਰ ਸਾਡੇ ਪਤੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ
ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ। ਪੂਰਬ ਬਾਸ ਉਠੇ ਉਰ ਧਾਰੇ ਤੇ ਮਹਾਰਾਜ ਬਾਬੇ ਬਕਾਲੇ ਤੋਂ ਫਿਰ ਆ ਗਏ ਸੀ ਤੇ ਸਾਡੇ ਸਤਿਗੁਰੂ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਮਿਲਦਿਆਂ ਸਾਰੀ ਬਾਬੇ ਬਕਾਲੇ ਤੋਂ ਉੱਠ ਕੇ ਤੇ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਗਏ ਸਨ। ਈਰਖਾ ਧਾਰ ਸ਼ਰੀਕ ਰਹੈ ਕਿਉਂਕਿ ਬਾਬੇ ਬਕਾਲੇ ਸੋਢੀਆਂ ਨੇ ਈਰਖਾ ਕੀਤੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ, ਇਹ ਨੀਕ ਨਹੀਂ ਪਰ ਹੈ ਵਿਚਰਾਰੀ। ਜਿਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਚਾਰਿਆ ਵੀ ਅਸੀਂ ਸ਼ਰੀਕਾਂ ਦੀ ਈਰਖਾ ਵਿੱਚ ਨਹੀਂ ਪੈਣਾ ਚਾਹੁੰਦੇ, ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਵੀ ਛੱਡ ਦਿੱਤੀ ਸੀ। ਸ਼ਾਂਤ ਸਰੂਪ ਅਨੂਪ ਸਦਾ ਸਾਡੇ ਪਤੀ ਸਤਿਗੁਰਾਂ ਦਾ ਸਰੂਪ ਸ਼ਾਂਤ ਸਰੂਪ ਸੀ ਸਦਾ, ਤੇ ਮਹਾਰਾਜ ਗਰੀਬ ਨਵਾਜ ਇੱਕ ਰਸ ਆਨੰਦ ਵਿੱਚ ਰਹਿਣਾ ਚਾਹੁੰਦੇ ਐ। ਇਤ ਆਵਤ ਭੇ ਸੁਭ ਥਾਨ ਨਿਹਾਰੀ ਤੇ ਫਿਰ ਸਾਡੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆਏ ਐ ਮਾਖੋਵਾਲ ਦੀ ਧਰਤੀ ਤੇ। ਇਹ ਸੋਹਣਾ ਥਾਂ ਵੇਖਿਆ, ਸੋਹਣਾ ਖਾਲੀ ਸੁੰਦਰ ਸਥਾਨ ਵੇਖ ਕਰਕੇ ਪ੍ਰਿੰਦ ਦਇਓ ਧਨ ਮੋਲ ਲਈ ਖੁੱਲੀ ਮਾਇਆ ਦੇ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਮਾਖੋਵਾਲ ਚੱਕ ਨਾਨਕੀ ਦੀ ਧਰਤੀ ਮੁੱਲ ਖਰੀਦੀ ਸੀ। ਧਰ ਔਰ ਉਪਾਏ ਕਰੇ ਸਭ ਭਾਂਤੀ ਤੇ ਹੋਰ ਬੜੇ ਉਪਾਅ ਕੀਤੇ ਤੇ ਸੋਹਣਾ ਨਗਰ ਸ੍ਰੀ ਅਨੰਦਪੁਰ ਸਾਹਿਬ ਆਪ ਦਾ ਨਗਰ ਵਸਾਇਆ ਹੈ। ਆਨੰਦ ਦਾ ਪਿਖ ਥਾਨ ਮਹਾਨ ਬੜਾ ਆਨੰਦ ਦੇਣ ਵਾਲਾ ਸੋਹਣਾ ਸਥਾਨ ਹੈ, ਜਿਸ ਕਰਕੇ ਇਹਦਾ ਆਨੰਦਪੁਰ ਸਾਹਿਬ ਨਾਮ ਰੱਖਿਆ ਗਿਆ ਹੈ ਜੀ। ਧਰਿਓ ਤਬ ਨਾਮ ਭਇਓ ਬਖਿਆਤੀ ਜਿਹੜਾ ਨਾਮ ਸਿੱਖ ਸੰਗਤ ਜੀ ਹੁਣ ਤੱਕ ਸ੍ਰੀ ਅਨੰਦਪੁਰ ਸਾਹਿਬ ਵਸ ਰਿਹਾ ਹੈ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਨਗਰ ਵਸਾਇਆ ਅਨੰਦਪੁਰ ਸਾਹਿਬ, ਫਿਰ ਉਹਦਾ ਨਾਮ ਸੁੰਦਰ ਰੱਖਿਆ ਹੈ। ਆਨ ਕਰੋ ਸੰਸਕਾਰ ਇਹਾਂ ਤਾਂ ਮਾਤਾ ਗੁਜਰ ਕੌਰ ਜੀ ਮਸੰਦਾ ਨੂੰ ਕਹਿੰਦੇ, ਹੇ ਭਾਈ ਸਿੱਖੋ, ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਾ ਸੰਸਕਾਰ ਕੀਰਤਪੁਰ ਸਾਹਿਬ ਨਹੀਂ ਕਰਨਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ ਵਸਾਇਆ ਤੇ ਅਸੀਂ ਚਾਹੁੰਦੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀਸ ਦਾ ਸੰਸਕਾਰ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਾ ਚਾਹੀਦਾ ਹੈ। ਬਿਰਧਾ ਤਿਨ ਮਾਤ ਵੱਡੀ ਬਿਲ ਲਾਤੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਜੀ ਜਿਨ੍ਹਾਂ ਦੀ ਉਮਰ ਬਹੁਤ ਹੋ ਚੁੱਕੀ ਹੈ, ਬਹੁਤ ਬੁੱਢੀ ਅਵਸਥਾ ਹੈ, ਉਹ ਫਿਰ ਕਿੱਥੇ ਇੱਥੋਂ 5-6 ਕੋ ਕੀਰਤਪੁਰ ਸਾਹਿਬ ਕਿਵੇਂ ਜਾਇਆ ਕਰਨਗੇ ਰੋਜ਼ ਆਪਦੇ ਪੁੱਤਰ ਸਾਹਿਬਜ਼ਾਦੇ ਦੇ ਦਿਉਰੇ ਦੇ ਦਰਸ਼ਨ ਕਰਨ ਵਾਸਤੇ, ਜੋਤ ਜਗਾਉਣ ਵਾਸਤੇ। ਇਸ ਕਰਕੇ ਮਾਤਾ ਨਾਨਕੀ ਜੀ ਦੇ ਸਰੀਰ ਦੀ ਹਾਲਤ ਨੂੰ ਵਹਿੰਦਿਆਂ ਹੋਇਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਗਰ ਆਪਦਾ ਵਸਾਇਆ ਹੋਇਆ ਅਨੰਦਪੁਰ ਸਾਹਿਬ, ਇਹ ਗੱਲਾਂ ਮੁੱਖ ਰੱਖ ਕੇ ਮਾਤਾ ਗੁਜਰ ਕੌਰ ਜੀ ਕਹਿ ਰਹੇ ਹੈ, ਇਹ ਗੱਲਾਂ ਮੁੱਖ ਰੱਖ ਕੇ ਸਾਧ ਸੰਗਤ ਜੀ ਸਤਿਗੁਰਾਂ ਦਾ ਸੰਸਕਾਰ ਜਿਹੜਾ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਾ ਚਾਹੀਦਾ ਹੈ। ਸੁੰਦਰ ਸ੍ਰੀ ਮੁਖ ਕੋ ਦਰਸੈ ਤਾਂ ਕਿ ਸੋਹਣੇ ਸਤਿਗੁਰੂ ਦਾ ਦਰਸ਼ਨ ਜਿਹੜਾ ਕੀਰਤਪੁਰ ਸਾਹਿਬ ਸੰਗਤਾਂ ਜਾਣਗੀਆਂ, ਇਹਦੇ ਨਾਲੋਂ ਚੰਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਿਹੜਾ ਕੀਰਤਪੁਰ ਸਾਹਿਬ ਤੋਂ ਪਾਲਕੀ ਵਿੱਚ ਸੁਭਾਏਮਾਨ ਕਰਕੇ ਸ੍ਰੀ ਅਨੰਦਪੁਰ ਸਾਹਿਬ ਲੈ ਆਂਦਾ ਜਾਏ। ਸਭ ਤੇ ਸੁਭ ਜਨ ਹੋ ਹੈ ਇਹ ਬਾਤੀ ਇਹੀ ਗੁਰਮਤਾ ਚੰਗਾ ਹੈ। ਤੇ ਸਾਡੀ ਭਾਵਨਾ ਜਾਣ ਕੇ ਸਾਰੀਆਂ ਸੰਗਤਾਂ ਨੂੰ ਮਾਤਾ ਗੁਜਰ ਕੌਰ ਕਹਿੰਦੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਸ ਗੱਲ ਵਿੱਚ ਸਹਿਮਤੀ ਪ੍ਰਗਟ ਕਰੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਜਿਹੜਾ ਉਹ ਕੀਰਤਪੁਰ ਸਾਹਿਬ ਦੀ ਬਜਾਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਾ ਚਾਹੀਦਾ ਹੈ। ਯੋਂ ਭਨਤੇ ਪਰ ਕੰਠ ਗਇਓ ਇਦਾਂ ਗੱਲਾਂ ਕਰਦੇ ਮਾਤਾ ਗੁਜਰ ਕੌਰ ਜੀ ਦਾ ਗਲਾ ਭਰ ਆਇਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਿਆਂ ਹੋਇਆਂ। ਵੱਡ ਪ੍ਰੇਮ ਤੇ ਬਾਕ ਕਹਿਓ ਨਹਿ ਜਾਈ ਤੇ ਇਦੋਂ ਅਗਲੀ ਗੱਲ ਮਾਤਾ ਜੀ ਤੋਂ ਵੱਡੇ ਪ੍ਰੇਮ ਦੇ ਨਾਲ ਗਲ ਭਰ ਆਇਆ, ਨੇਤਰਾਂ ਚੋਂ ਜਲ ਗਿਰਦਾ ਹੈ ਤੇ ਮਾਤਾ ਗੁਜਰ ਕੌਰ ਜੀ ਤੋਂ ਇਹਦੇ ਅੱਗੇ ਬੋਲਿਆ ਕੁਝ ਨਹੀਂ ਗਿਆ। ਮਾਤਾ ਜੀ ਚੁੱਪ ਹੋ ਗਏ ਹਨ। ਮਾਤ ਕੀ ਬਾਤ ਸੁਣੀ ਗੁਰ ਪੂਰਨ ਇਹ ਮਾਤਾ ਜੀ ਦਾ ਬਚਨ ਜਦੋਂ ਪੂਰੇ ਗੁਰੂ ਕਲਗੀਧਰ ਸਾਹਿਬ ਜੀ ਕੋਲ ਖੜੇ ਹੋਏ ਸੁਣ ਰਹੇ ਆ, ਜਾਨ ਕੈ ਨੀਕ ਭਲੇ ਮਨ ਭਾਈ ਤੇ ਮਾਤਾ ਜੀ ਦਾ ਬਚਨ ਭਾ ਗਿਆ। ਗੁਰੂ ਕਲਗੀਧਰ ਸਾਹਿਬ ਜੀ ਵੀ ਸਮਝ ਗਏ ਵੀ ਠੀਕ ਹੈ, ਮਾਤਾ ਜੀ ਗੱਲ ਤਾਂ ਚੰਗੀ ਕਰ ਰਹੇ ਹੈ, ਵੀ ਹੁਣ ਇੱਥੋਂ ਮਾਤਾ ਨਾਨਕੀ ਜੀ ਬੁੱਢੀ ਅਵਸਥਾ ਵਿੱਚ ਕਿੱਥੇ ਜਾਣਗੇ ਕੀਰਤਪੁਰ ਸਾਹਿਬ, ਇਹਦੇ ਨਾਲੋਂ ਚੰਗਾ ਵੀ ਗੁਰੂ ਸਾਹਿਬ ਦਾ ਸੀਸ ਆ, ਪੁੱਤਰ ਤਾਂ ਮਾਤਾ ਨਾਨਕੀ ਜੀ ਦੇ ਆ ਨਾ, ਇਸ ਕਰਕੇ ਉਹਨਾਂ ਦਾ ਸੀਸ ਪਾਤਸ਼ਾਹ ਦਾ ਸ੍ਰੀ ਅਨੰਦਪੁਰ ਸਾਹਿਬ ਮੰਗਵਾ ਲੈਣਾ ਚਾਹੀਦਾ ਹੈ। ਤਿਆਰ ਭਏ ਹਿਤ ਲਿਆਵਨ ਕੇ ਇਸ ਤਰ੍ਹਾਂ ਖਾਲਸਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਲੈ ਆਏ ਹੈ। ਖਬਰ ਆ ਗਈ ਹੈ ਵੀ ਮਹਾਰਾਜ ਦਾ ਸੀਸ ਕੀਰਤਪੁਰ ਸਾਹਿਬ ਆ ਗਿਆ। ਗੁਰੂ ਕਲਗੀਧਰ ਸਾਹਿਬ ਜੀ ਅਨੰਦਪੁਰ ਸਾਹਿਬ ਹੈ ਤੇ ਕੀਰਤਪੁਰ ਸਾਹਿਬ ਤੋਂ ਹਜ਼ੂਰ ਦਾ ਸੀਸ ਲਿਆਉਣ ਦੀ ਤਿਆਰੀ ਹੋ ਰਹੀ ਹੈ ਜੀ। ਦੋਨੋਂ ਮਾਹਤ ਆਵਾਸ ਟਿਕਾਈ ਤੇ ਮਹਾਰਾਜ ਨੇ ਆਖਿਆ ਮਾਤਾ ਜੀ ਤੁਸੀਂ ਨਹੀਂ ਸਾਡੇ ਨਾਲ ਜਾਣਾ,
ਤੁਸੀਂ ਇੱਥੇ ਘਰ ਰਹਿਣਾ ਹੈ। ਅਸੀਂ ਸੰਗਤਾਂ ਲੈ ਕੇ ਪਿਤਾ ਗੁਰੂ ਦੇਵ ਜੀ ਦਾ ਸੀਸ ਲੈ ਕੇ ਆਵਾਂਗੇ। ਔਰ ਸਮਾਜ ਵਿਸਾਲ ਲਿਓ ਸੰਗ। ਤੇ ਹੋਰ ਜਿਹੜਾ ਕੋਈ ਸਮਾਜ ਚਾਹੀਦਾ ਹੁੰਦਾ, ਰਾਜ ਸਾਜ, ਉਹ ਫੁੱਲ ਮਾਲਾ ਆਦਿਕ ਸ਼ੰਖ ਨਗਾਰੇ, ਉਹ ਸਾਰਾ ਕੁਝ ਗੁਰੂ ਕਲਗੀਧਰ ਸਾਹਿਬ ਜੀ ਨੇ ਨਾਲ ਲੈ ਲਿਆ ਹੈ। ਸੀਸ ਉਠਾਏ ਚੱਲੇ ਸਮੁਦਾਈ। ਤੇ ਫੁੱਲ ਤਿਲ ਘਿਓ ਜੌਂ ਸਾਰਾ ਕੁਝ ਸਿਰ ਤੇ ਚੁੱਕ ਕੇ ਨਾ ਸੰਗਤਾਂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਧ ਸੰਗਤ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਵੱਲ ਨੂੰ ਸੰਗਤਾਂ ਤੁਰ ਪਈਆਂ ਹਨ। ਤੇ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ 5-6 ਕੋਈ ਆ, ਲਾਗੇ ਹੀ ਨੇ ਦੋਵੇਂ ਨਗਰ, ਪੈਦਲ ਗਏ। ਤੇ ਜਿਹੜਾ ਬਬਾਨ ਜਿਹਦੇ ਤੇ ਪਾਲਕੀ ਸਾਹਿਬ ਤੇ ਮਹਾਰਾਜ ਦਾ ਸੀਸ ਆਉਣਾ ਹੈ, ਉਹ ਪਾਲਕੀ ਸਾਹਿਬ ਵੀ ਇੱਥੋਂ ਨਾਲ ਅਨੰਦਪੁਰ ਸਾਹਿਬ ਤੋਂ ਹੀ ਲੈ ਕੇ ਗਏ ਹੈ। ਇੱਦਾਂ ਫਿਰ ਅਗਲੀ ਕਥਾ ਜਿਵੇਂ ਅਗਲੇ ਦੀ ਬਾਣ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਿਰ ਸੀਸ ਬਹੁਤ ਸੋਹਣੇ ਸੋਨੇ ਦੇ ਬਿਬਾਨ ਵਿੱਚ ਟਿਕਾ ਕਰਕੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਨਗਾਰੇ ਵੱਜਦੇ ਹੈ ਤੇ ਨਰਸਿੰਘੇ ਗੂੰਜਦੇ, ਸ਼ੰਖ ਵੱਜਦੇ ਹੈ। ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ, ਲੱਖਾਂ ਦਾ ਠਾਠਾਂ ਮਾਰਦਾ ਇਕੱਠ ਹੈ ਤੇ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਗੁਰੂ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਇੱਥੇ ਜਿੱਥੇ ਸਾਧ ਸੰਗਤ ਜੀ ਹੁਣ ਆਪ ਜੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਦੋਹਰੇ ਸੀਸਗੰਜ ਸਾਹਿਬ ਦੇ ਦਰਸ਼ਨ ਕਰਦੇ ਹੋ, ਇਹ ਉਹ ਅਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਿਆ ਕੇ ਤੇ ਸਮੁੱਚੀਆਂ ਸਿੱਖ ਸੰਗਤਾਂ ਨੇ ਮਾਤਾ ਗੁਜਰ ਕੌਰ, ਮਾਤਾ ਨਾਨਕੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਨੇ ਸਾਰੀ ਚਿਖਾ ਹੱਥੀਂ ਚਿਣ ਕੇ ਤੇ ਸੰਸਕਾਰ ਕੀਤਾ ਸੀਗਾ। ਉਹ ਅਗਲੀ ਕਥਾ ਮਹਾਰਾਜ ਦੇ ਸੀਸ ਦੇ ਸੰਸਕਾਰ ਦੀ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਇੱਥੇ ਸਮਾਪਤਾ ਹੈ। ਹੋਈਆਂ ਭੁੱਲਾਂ ਦੀ ਖਿਮਾ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਤਿਆਰ ਭਏ ਹਿਤ ਲਿਆਵਨ ਕੇ ਪੁਰ, ਦੋਨੋਂ ਮਾਤ ਆਵਾਸ ਟਿਕਾਈ। ਔਰ ਸਮਾਜ ਵਿਸਾਲ ਲਿਓ ਸੰਗ, ਸੀਸ ਉਠਾਏ ਚੱਲੇ ਸਮੁਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।